ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਇਸ ਵਕਤ ਅਸੀਂ ਮੌਜੂਦ ਹਾਂ ਬਰੈਂਪਟਨ ਦੇ ਵਿੱਚ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਪਿਛਲੇ ਲਗਭਗ 9 ਮਹੀਨਿਆਂ ਤੋਂ ਵੀ ਵੱਧ ਸਮਾਂ ਦਾ ਹੋ ਚੁੱਕਿਆ ਆ ਤੇ ਭਾਰਤ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਪ੍ਰੋਟੈਸਟ ਕਰ ਰਹੇ ਨੇ। 500 ਤੋਂ ਵੀ ਵੱਧ ਕਿਸਾਨ ਜਿਹੜੇ ਆ ਉਹਨਾਂ ਦੀ ਇਸ ਪ੍ਰੋਟੈਸਟ ਵਿੱਚ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਅਜੇ ਤੱਕ ਇਹ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਨਾਲ ਕਿਸੇ ਵੀ ਗੱਲ ਉੱਤੇ ਰਜ਼ਾਮੰਦੀ ਨਹੀਂ ਬਣ ਸਕੀ। ਸੋ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪ੍ਰੋਟੈਸਟ ਹੋ ਰਹੇ ਨੇ। ਕਰੋਨਾ ਦੀ ਵੱਖ-ਵੱਖ ਲਹਿਰਾਂ ਦੇ ਕਰਕੇ ਮੁਲਕਾਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਪ੍ਰੋਟੈਸਟ ਭਾਵੇਂ ਕੁਝ ਸਮੇਂ ਲਈ ਥੰਮ ਚੁੱਕੇ ਸਨ, ਪਰ ਜਿਵੇਂ-ਜਿਵੇਂ ਮਾਹੌਲ ਠੀਕ ਹੋ ਰਿਹਾ ਤਾਂ ਕਿਸਾਨਾਂ ਦੇ ਹੱਕ ਵਿੱਚ ਵਿਦੇਸ਼ਾਂ ਵਿੱਚ ਪ੍ਰਦਰਸ਼ਨ ਮੁੜ ਤੋਂ ਸ਼ੁਰੂ ਹੋ ਚੁੱਕੇ ਨੇ। ਸੋ ਇਸ ਵਕਤ ਅਸੀਂ ਬਰੈਂਪਟਨ ਵਿੱਚ ਮੌਜੂਦ ਹਾਂ ਤੇ ਇੱਥੇ ਬਰੈਂਪਟਨ ਦੇ ਵਿੱਚ ਅੱਜ ਕਿਸਾਨ ਰੈਲੀ ਨਿਕਲਣ ਜਾ ਰਹੀ ਹੈ। ਸੋ ਅਸੀਂ ਰੈਲੀ ਦੇ ਆਰਗੇਨਾਈਜ਼ਰਸ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਅੱਜ ਕਿਸਾਨ ਰੈਲੀ ਕੱਢੀ ਜਾ ਰਹੀ ਹੈ, ਕੀ ਮੁੱਖ ਮਕਸਦ ਹੈ, ਕੀ ਗੱਲ ਪਹੁੰਚਾਉਣਾ ਚਾਹੁੰਦੇ ਇਸ ਵਕਤ ਸਰਕਾਰ ਤੱਕ। ਕਿਸਾਨੀ ਨਾਲ ਸੰਬੰਧ ਹੈਗਾ? ਬਿਲਕੁਲ ਹੈਗਾ ਜੀ, ਸਾਰਿਆਂ ਦਾ ਹੈਗਾ ਜਿਹੜੇ ਪੰਜਾਬ 'ਚ ਰਹਿੰਦੇ ਆ ਜੀ। ਸਾਡਾ ਤਾਂ ਕੰਨ ਉਹਨਾਂ ਨਾਲ ਜੁੜਿਆ ਵਾ ਜੀ। ਤੁਸੀਂ ਗੱਲ ਕੀਤੀ ਹੈ ਸੰਬੰਧ ਹੈਗਾ, ਪਰ ਆਪਾਂ ਤਾਂ ਇਸ ਵਕਤ ਵਿਦੇਸ਼ਾਂ 'ਚ ਆ ਚੁੱਕੇ ਹਾਂ। ਫਿਰ ਪੰਜਾਬ 'ਚ ਹੋਣ ਵਾਲੀ ਪ੍ਰੋਟੈਸਟ ਦੀ ਆਪਾਂ ਨਾਲ ਕਿੰਨਾ ਕੁ ਜਿਹੜੀ ਰੋਟੀ ਹੈ ਜੀ ਉੱਥੇ ਹੀ ਆਉਂਦੀ ਹੈ ਸਾਡੀ। ਜਿਹੜੀ ਸਾਡੀ ਮਾਂ ਉੱਥੇ ਬੈਠੀ ਹੈ, ਸਾਡਾ ਪਿਓ ਉੱਥੇ ਬੈਠਾ ਜੀ, ਉਹ ਰੋਟੀ ਕਿੱਥੋਂ ਖਾਂਦੇ ਆ? ਕਿਸਾਨਾਂ ਦੀ ਖਾਂਦੇ ਆ ਜੀ। ਜੇ ਆਪਾਂ ਕਿਸਾਨਾਂ ਨਾਲ ਜੁੜੇਗਾ ਨਹੀਂ, ਤੁਸੀਂ ਪੁੱਛਿਆ ਅਸੀਂ ਜੁੜੇ ਹਾਂ ਕਿ ਨਹੀਂ, ਕੌਣ ਨਹੀਂ ਜੁੜਿਆ ਜੀ? ਤੁਸੀਂ ਕੀ ਖਾਂਦੇ ਆ? ਅਸੀਂ ਰੋਟੀ ਖਾਂਦੇ ਹਾਂ, ਤੁਸੀਂ ਪੀਜ਼ਾ ਖਾਂਦੇ ਹੋਵੋਗੇ। ਪੀਜ਼ਾ ਕਿੱਥੋਂ ਬਣਦਾ ਜੀ? ਹਰ ਇੱਕ ਚੀਜ਼ ਜੋ ਵੀ ਬੰਦਾ ਇੱਥੇ ਹੈਗਾ, ਹਰ ਇੱਕ ਬੰਦਾ ਕਿਸਾਨੀ ਨਾਲ ਜੁੜਿਆ ਜੀ। ਕੋਈ ਵੀ ਇਹੋ ਜਿਹਾ ਬੰਦਾ ਨਹੀਂ ਮੈਂ ਮੰਨਦਾ ਜਿਹੜਾ ਕਿਸਾਨੀ ਨਾਲ ਨਹੀਂ ਜੁੜਿਆ ਹੋਊਗਾ। ਹਾਂ, ਉਹ ਗੱਲ ਵੱਖਰੀ ਆ, ਤੁਹਾਡੀ ਸੋਚ ਅੱਡ ਹੋ ਸਕਦੀ ਹੈ, ਤੁਸੀਂ ਸਾਡੇ ਨਾਲ ਬੈਠਣਾ, ਪ੍ਰੋਟੈਸਟ ਵਿੱਚ ਨਹੀਂ ਬੈਠਣਾ, ਉਹ ਗੱਲ ਵੱਖਰੀ ਆ, ਪਰ ਹਰ ਬੰਦਾ ਕਿਸਾਨੀ ਨਾਲ ਜੁੜਿਆ ਹੋਇਆ ਜੀ। ਸੋ ਤੁਹਾਨੂੰ ਲੱਗਦਾ ਕਿ ਹਜੇ ਜਿੰਨੀ ਦੇਰ ਤੱਕ ਅੱਗੇ ਲੰਬਾ ਚੱਲੇਗਾ ਜੋਸ਼ ਇਸੇ ਤਰੀਕੇ ਨਾਲ ਬਰਕਰਾਰ ਰਹੇਗਾ? ਆਜ਼ਾਦੀ 200 ਸਾਲਾਂ 'ਚ ਮਿਲੀ ਸੀ ਜੀ, ਸਾਨੂੰ ਤਾਂ 9 ਹੀ ਮਹੀਨੇ ਹੋਏ ਆ। ਕੋਈ ਗੱਲ ਨਹੀਂ, ਜੋਸ਼ ਨਹੀਂ ਟੁੱਟਣ ਦਿਆਂਗੇ। ਤੁਸੀਂ ਦੇਖ ਰਹੇ ਹੋ ਪਿੱਛੇ ਜੀ, ਜੋਸ਼ ਅਸੀਂ ਨਹੀਂ ਟੁੱਟਣ ਦਿਆਂਗੇ। ਸਾਡੇ ਬਾਬੇ ਬੈਠੇ ਆ, ਸਾਨੂੰ ਟਾਈਮ ਮਿਲੂਗਾ ਅਸੀਂ ਵੀ ਜਾ ਕੇ ਬੈਠਾਂਗੇ। ਜਿੰਨਾ ਇੱਥੇ ਟਾਈਮ ਮਿਲਦਾ ਅਸੀਂ ਕੱਢਦੇ ਆ, ਉੱਥੇ ਵੀ ਜਾਵਾਂਗੇ, ਅਸੀਂ ਨਾਲ ਬੈਠਾਂਗੇ, ਉਹਦੇ ਨਾਲ ਹਿੱਕ ਜੋੜ ਕੇ ਖੜੇ ਆ ਜੀ। ਉਸ ਨਾਲ ਕੋਈ ਗੱਲ ਨਹੀਂ, ਜੋਸ਼ ਨਹੀਂ ਅਸੀਂ ਟੁੱਟਣ ਦਿਆਂਗੇ। ਬਹੁਤ ਦੁਖੀ ਹੁੰਦਾ ਜੀ, ਤਾਂ ਹੀ ਸਾਡਾ ਅਸੀਂ ਜਾ ਨਹੀਂ ਸਕਦੇ, ਫਲਾਈਟਾਂ ਬੰਦ ਆ, ਗੱਲ ਤਾਂ ਹੀ ਆ, ਪਰ ਅਸੀਂ ਇੱਥੇ ਬੈਠੇ ਆ। ਅਸੀਂ ਧਰਨੇ ਕਿਉਂ ਕਰਦੇ ਆ, ਇੱਥੇ ਪ੍ਰੋਟੈਸਟ ਕਿਉਂ ਕਰਦੇ ਆ ਬਰੈਂਪਟਨ ਦੇ ਵਿੱਚ? ਇਸੇ ਗੱਲ ਹੀ ਕਰਦੇ ਆ ਕਿ ਉਹਨਾਂ ਦੇ ਜੋਸ਼ ਨਾ ਖਤਮ ਹੋਵੇ। ਜੇ ਉਹਨਾਂ ਤੇ ਅੱਜ ਜ਼ੁਲਮ ਹੋ ਰਿਹਾ ਹੈਗਾ, ਕੋਈ ਗੱਲ ਨਹੀਂ, ਸਾਡੇ ਵੀ ਦਿਨ ਆਉਣਗੇ ਜੀ। ਦੀ ਸਰਕਾਰ ਨੂੰ ਵਾਪਸ ਕਰਨੇ ਪੈਣਗੇ ਬਿੱਲ, ਕਿੰਨੇ ਦਿਨ ਨਾ ਕਰਨਗੇ ਜੀ। ਤਾਂ ਕਰਕੇ ਅਸੀਂ ਜੋਸ਼ ਇੱਥੋਂ ਭਰਦੇ ਹਾਂ ਕਿ ਜਿਹੜੇ ਸਾਡੇ ਉੱਥੇ ਬਾਬੇ ਬੈਠੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜੀ। ਉਹਨਾਂ ਲੋਕਾਂ ਲਈ ਕੀ ਕਹੋਗੇ? ਇੱਕ ਪਾਸੇ ਤਾਂ ਕਿਸਾਨਾਂ ਦੇ ਪ੍ਰੋਟੈਸਟ ਵਿੱਚ ਵੀ ਉਹ ਜਾ ਰਹੇ ਨੇ, ਦੂਜੇ ਪਾਸੇ ਜਿਹੜੀਆਂ ਰਾਜਨੀਤਿਕ ਰੈਲੀਆਂ ਹੋ ਰਹੀਆਂ ਨੇ, ਜਿਨ੍ਹਾਂ ਰਾਜਨੀਤਿਕ ਪਾਰਟੀਆਂ ਕਰਕੇ ਸਾਰਾ ਕੁਝ ਹੋ ਰਿਹਾ ਵਾ, ਉਹਨਾਂ ਦੀਆਂ ਰੈਲੀਆਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਨੇ, ਉਹਨਾਂ ਨੂੰ ਨਾਲ ਬੁਲਾ ਵੀ ਰਹੇ ਨੇ, ਉਹਨਾਂ ਦੀਆਂ ਰੈਲੀਆਂ 'ਚ ਇਕੱਠ ਵੀ ਕਰ ਰਹੇ ਨੇ। ਦੇਖੋ ਜੀ, ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਜਦੋਂ ਉਹ ਬੰਦੇ ਰੋਟੀ ਖਾਂਦੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਉਹ ਰੋਟੀ ਖਾਣਗੇ ਉਦੋਂ ਉਹਨਾਂ ਨੂੰ ਕਿਸਾਨਾਂ ਦੀ ਯਾਦ ਆਊਗੀ। ਹਰ ਇੱਕ ਬੰਦਾ ਸੁਧਰੂਗਾ ਜੀ, ਕੋਈ ਗੱਲ ਨਹੀਂ। ਬਹੁਤ ਬੰਦੇ ਵਾਪਸ ਵੀ ਆ ਰਹੇ ਆ ਰੈਲੀਆਂ ਤੋਂ। ਤੁਸੀਂ ਹੁਣ ਦੇਖਿਆ ਜਿਹੜੀ ਰੀਸੈਂਟਲੀ ਰੈਲੀਆਂ ਹੋਈਆਂ ਜੀ, ਬਿਲਕੁਲ ਇਕੱਠ ਨਹੀਂ ਹੋਇਆ ਜੀ। ਬਾਕੀ ਮੈਂ ਇਹ ਕਹਿੰਦਾ, ਲੋਕਾਂ ਤੋਂ ਪਹਿਲਾਂ ਲੀਡਰਸ ਨੂੰ ਸੋਚਣਾ ਚਾਹੀਦਾ, ਉਹਨਾਂ ਨੂੰ ਰੈਲੀਆਂ ਕਰਨੀਆਂ ਨਹੀਂ ਚਾਹੀਦੀਆਂ। ਜੇ ਉਹ ਲੀਡਰਸ ਰੈਲੀਆਂ ਕਰਦੇ ਆ, ਕੁਝ ਲਾਲਚ ਦੇ ਕੇ ਲੈ ਜਾਂਦੇ ਆ, ਕੁਝ ਪੰਜਾਬ ਦੇ ਵਿੱਚ ਜੁੜੇ ਹੁੰਦੇ ਆ, ਕੁਝ ਰਿਸ਼ਤੇਦਾਰੀਆਂ ਕਰਕੇ ਚਲੇ ਜਾਂਦੇ ਆ, ਪਰ ਮੈਂ ਸੋਚਦਾ ਕਿ ਲੀਡਰਸ ਨੂੰ ਪਹਿਲਾਂ ਸੋਚਣਾ ਚਾਹੀਦਾ ਕਿ ਇਹ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ। 600 ਤੋਂ ਵੱਧ ਕਿਸਾਨ ਮਰ ਚੁੱਕਾ ਜੀ, ਫਿਰ ਵੀ ਉਹ ਰੈਲੀਆਂ ਕਰ ਰਹੇ ਆ, ਤਾਂ ਉਹਨਾਂ ਲਈ ਗਲਤ ਗੱਲ ਹੈ ਜੀ। ਦਿਲਪ੍ਰੀਤ ਹੁਣੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਸਪੋਰਟ ਦੀ, ਫੰਡਿੰਗ ਨੂੰ ਲੈ ਕੇ ਵੀ ਬੜੇ ਸਵਾਲ ਹੋਏ ਸੀ ਕਿ ਕਿੱਥੋਂ ਫੰਡਿੰਗ ਹੋ ਰਹੀ ਹੈ ਇੱਥੇ ਕਿਸਾਨਾਂ ਨੂੰ ਜਿਹੜੇ ਲੰਗਰ ਲੱਗ ਰਹੇ ਨੇ। ਮੈਂ ਇੱਥੇ ਬਰੈਂਪਟਨ ਤੋਂ ਆ। ਮੈਂ ਫੰਡਿੰਗ ਬਾਰੇ ਦੱਸ ਚਾਹੁੰਦਾ ਵੀ ਅਸੀਂ ਜਿੰਨਾ ਚਿਰ ਕਿਸਾਨੀ ਧਰਨਾ ਚੱਲ ਰਿਹਾ ਆ, ਅਸੀਂ ਇੱਥੋਂ ਫੰਡਿੰਗ ਪਹਿਲਾਂ ਵੀ ਕਰਦੇ ਰਹੇ ਆ, ਹੁਣ ਵੀ ਉਹਨਾਂ ਨੂੰ ਫੰਡਿੰਗ ਕਰਦੇ ਰਵਾਂਗੇ। ਘਰ ਸਾਡੇ ਤੇ ਇਤਰਾਜ਼ ਵੀ ਕਰਦੀ, ਤੁਸੀਂ ਇਹਨਾਂ ਨੂੰ ਫੰਡ ਕਿਉਂ ਕਰਦੇ ਆ? ਸਾਡੇ ਉੱਥੇ ਵੀ ਪ੍ਰੈਸ਼ਰਾਈਜ਼ ਕਰਦੇ ਵੀ ਤੁਹਾਡੇ ਉੱਥੋਂ ਫੰਡ ਭੇਜ ਰਹੇ ਆ ਤੁਹਾਡੇ ਲੜਕੇ, ਪਰ ਅਸੀਂ ਗੌਰਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਕਾਨੂੰਨ ਰੱਦ ਕਰਵਾ ਕੇ ਹਟਾਂਗੇ। ਅਸੀਂ ਇੱਥੋਂ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਇੱਥੋਂ ਫੰਡਿੰਗ ਲਗਾਤਾਰ ਕਰਦੇ ਰਵਾਂਗੇ। ਹਰ ਤਰ੍ਹਾਂ ਦੀ ਸਪੋਰਟ ਅਸੀਂ ਕਰਦੇ ਰਵਾਂਗੇ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਵੀ ਇਹ ਕਿਹਾ ਕਿ ਜ਼ਿਆਦਾਤਰ ਜਿਹੜੇ ਇਸ ਵਕਤ ਪ੍ਰੋਟੈਸਟ ਕਰ ਰਹੇ ਆ, ਹਰਿਆਣੇ ਦੀ ਜ਼ਮੀਨ ਦਾ ਇਸਤੇਮਾਲ ਪੰਜਾਬ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ। ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਸਾਰੇ ਕੰਨਿਆ ਕੁਮਾਰੀ ਤੱਕ ਕਿਸਾਨ ਉੱਥੇ ਪਹੁੰਚਿਆ ਹੋਇਆ ਜੀ। ਇਹੋ ਜਿਹੀ ਕੋਈ ਗੱਲ ਨਹੀਂ। ਜਿੱਥੋਂ ਵੀ ਦੇਸ਼ ਦਾ, ਉੱਥੋਂ ਹੀ ਨਹੀਂ, ਬਾਹਰੋਂ ਵੀ ਸਪੋਰਟ ਮਿਲ ਰਹੀ ਹੈ, ਕੈਨੇਡਾ, ਅਮਰੀਕਾ, ਸਾਰੇ ਕਿਤੋਂ ਸਪੋਰਟ ਮਿਲ ਰਹੀ ਹੈ ਜੀ। ਇਹੋ ਜਿਹੀ ਕੋਈ ਗੱਲ ਨਹੀਂ ਕਿ ਸਿਰਫ ਪੰਜਾਬ ਦਾ ਕਿਸਾਨ ਬੈਠਾ, ਉੱਥੇ ਸਾਰੇ ਦੇਸ਼ ਦਾ ਕਿਸਾਨ ਬੈਠਾ ਹੋਇਆ ਜੀ। ਜਿੰਨੀ ਦੇਰ ਤੱਕ ਪ੍ਰੋਟੈਸਟ ਚੱਲਦੇ ਰਹਿਣਗੇ, ਵਿਦੇਸ਼ਾਂ ਤੋਂ ਕੀ ਸਪੋਰਟ ਇਸੇ ਤਰੀਕੇ ਨਾਲ ਜਾਰੀ ਰਹੇ? ਬਿਲਕੁਲ ਜ਼ਰੂਰੀ ਜੀ, ਬਿਲਕੁਲ ਰਹੂਗੀ। ਭਲਾ ਇਹ ਸਾਲ ਲੱਗ ਜਾਣ, 2 ਸਾਲ ਲੱਗ ਜਾਣ, 10 ਸਾਲ ਲੱਗ ਜਾਣ, ਅਸੀਂ ਇਸੇ ਤਰ੍ਹਾਂ ਜੋਸ਼ ਭਰਦੇ ਰਵਾਂਗੇ। ਤੇ ਆਉਣ ਵਾਲੀ ਸਰਕਾਰ ਤੋਂ ਕੀ ਉਮੀਦ ਹੈਗੀ ਹੈ? ਕਿਉਂਕਿ 2022 ਚ ਇਲੈਕਸ਼ਨਸ ਵੀ ਹੋਣ ਲੱਗੀਆਂ ਨੇ, ਸੋ ਇਲੈਕਸ਼ਨਸ ਵਿੱਚ ਵੀ ਕਈ ਮੁੱਦੇ ਰਹਿਣੇ ਆ। ਕੋਈ ਚਾਹੇਗਾ ਕਿ ਕਿਸਾਨੀ ਹੱਲ ਹੋ ਜਾਵੇ, ਕੋਈ ਚਾਹੇਗਾ ਨਹੀਂ ਹੋਵੇ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੁੱਦਾ ਸਾਡਾ ਇਹੀ ਹੈ ਜੀ, ਅਸੀਂ ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਰੱਖਾਂਗੇ। ਜੇ ਸਰਕਾਰਾਂ ਅਗਲੀ ਸਰਕਾਰ ਬਣਾਉਣੀ ਚਾਹੁੰਦੀ ਹੈ, ਕੋਈ ਵੀ ਸਰਕਾਰ, ਉਹਨੂੰ ਕਿਸਾਨੀ ਮੁੱਦਾ ਸਭ ਤੋਂ ਪਹਿਲਾਂ ਲੈ ਕੇ ਆਉਣਾ ਪਊਗਾ। ਉਦੋਂ ਬਾਅਦ ਬੇਰੁਜ਼ਗਾਰੀ ਮੁੱਦਾ ਗਾ, ਫਿਰ ਨਸ਼ੇ ਵਾਲਾ ਮੁੱਦਾ ਗਾ, ਪਰ ਇਸ ਟਾਈਮ ਤੇ ਸਭ ਤੋਂ ਪਹਿਲਾਂ ਮੁੱਦਾ ਕਿਸਾਨੀ ਹੋਣਾ ਚਾਹੀਦਾ। ਜੇ ਕੋਈ ਸਾਨੂੰ ਭਰੋਸਾ ਦਿਲਾਊਗੀ ਸਰਕਾਰ, ਅਸੀਂ ਸੋਚਾਂਗੇ ਉਹਦੇ ਵੱਲ ਜਾਣਾ ਕਿ ਨਹੀਂ ਜਾਣਾ ਜੀ।
ਪੰਜਾਬ ਦੇ ਨੌਜਵਾਨ ਨੂੰ ਬੜਾ ਬਦਨਾਮ ਕੀਤਾ ਗਿਆ ਨਸ਼ਿਆਂ ਦੇ ਨਾਮ ਦੇ ਉੱਤੇ ਤੇ ਹੁਣ ਪੰਜਾਬ ਦਾ ਨੌਜਵਾਨ ਹੀ ਜਿਹੜਾ ਅੱਗੇ ਵੱਧ ਚੜ ਕੇ ਇਸ ਵਕਤ ਪ੍ਰੋਟੈਸਟ ਦੇ ਵਿੱਚ ਹਿੱਸਾ ਵੀ ਲੈ ਰਿਹਾ, ਜੇਲ੍ਹਾਂ ਵੀ ਕੱਟ ਰਿਹਾ। ਸਾਨੂੰ ਸ਼ੁਰੂ ਤੋਂ ਹੀ ਬਦਨਾਮ ਕੀਤਾ ਗਿਆ ਜੀ। ਤੁਸੀਂ ਦੇਖਿਆ ਹੋਣਾ ਜੇ 50% ਬਾਬੇ ਬੈਠੇ ਆ ਤੇ 50% ਹੀ ਮੁੰਡੇ ਬੈਠੇ ਆ, ਉੱਥੇ ਕੋਈ ਨਸ਼ਿਆਂ ਵਾਲੀ ਗੱਲ ਨਹੀਂ ਜੀ। ਕੋਈ 1-2% ਕਿਤੇ ਹੋ ਵੀ ਜਾਂਦੇ ਆ, ਸਾਡੇ ਭਰਾ ਗਲਤ ਸੰਗਤ 'ਚ ਪੈ ਜਾਂਦੇ ਆ, ਪਰ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਉਹ ਗਲਤ ਸੰਗਤ ਵਿੱਚੋਂ ਨਿਕਲੋ ਤੇ ਆਪਦੀ ਸਹੀ ਸੰਗਤ ਵੱਲ ਤੁਰੋ ਜੀ। ਪ੍ਰੋਟੈਸਟ ਕਰ ਰਹੇ ਜੇ ਕੋਈ ਕਿਸਾਨ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਅਸੀਂ ਕਹਿਣਾ ਚਾਹਾਂਗੇ ਜੀ ਸਾਡੀ ਫੁੱਲ ਸਪੋਰਟ ਤੁਹਾਡੇ ਨਾਲ ਆ, ਅਸੀਂ ਤੁਹਾਡੇ ਨਾਲ ਖੜੇ ਆ। ਤੁਸੀਂ ਬੇਫਿਕਰ ਹੋ ਕੇ ਉੱਥੇ ਬੈਠੋ ਦੱਬ ਕੇ, ਜਿੰਨਾ ਚਿਰ ਲੱਗੋ ਕਿਸੇ ਤਰ੍ਹਾਂ ਦੀ ਤੁਹਾਨੂੰ ਸਪੋਰਟ ਚਾਹੀਦੀ ਆ, ਪੈਸੇ ਦੀ ਹੋਰ ਕਿਸੇ ਚੀਜ਼ ਦੀ, ਅਸੀਂ ਤੁਹਾਡੇ ਨਾਲ ਖੜੇ ਆ। ਬਿਲਕੁਲ ਨਹੀਂ ਹਟਣਾ ਜੀ ਉੱਥੋਂ ਜਿੰਨਾ ਚਿਰ ਆਪਣੇ ਕਿਸਾਨੀ ਇਹ ਲਾਅ ਵਾਪਸ ਨਹੀਂ ਹੁੰਦੇ ਜੀ। ਲੋਕਾਂ ਦੇ ਇਕੱਠ ਵੱਧਦੇ ਜਾਣੇ ਕੀ ਕਰਨਗੇ ਜੇਲ੍ਹਾਂ ਥਾਣੇ ਲੋਕਾਂ ਦੇ ਇਕੱਠ ਵੱਧਦੇ ਜਾਣੇ ਕੀ ਕਰਨਗੇ ਜੇਲ੍ਹਾਂ ਥਾਣੇ ਲੋਕਾਂ ਦੇ ਇਕੱਠ ਵੱਧਦੇ ਜਾਣੇ ਮੀਨਾ ਤੇ ਕਬਜ਼ਾ ਰੋਕ ਦਿਆਂਗੇ ਬੱਚਾ ਬੱਚਾ ਚੋਕ ਦਿਆਂਗੇ ਮੀਨਾ ਤੇ ਕਬਜ਼ਾ ਰੋਕ ਦਿਆਂਗੇ ਬੱਚਾ ਬੱਚਾ ਚੋਕ ਦਿਆਂਗੇ ਗਰਮੀ ਗੁਰਮੀ ਸਹਿਣਗੇ ਹੱਕ ਲੈ ਕੇ ਰਹਿਣਗੇ ਗਰਮੀ ਗੁਰਮੀ ਸਹਿਣਗੇ ਹੱਕ ਲੈ ਕੇ ਰਹਿਣਗੇ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ। ਕਿਸਾਨੀ ਤੇ ਟਰੈਕਟਰ ਦਾ ਵੀ ਕਹਿ ਸਕਦੇ ਆ 9 ਮਾਸ ਦਾ ਰਿਸ਼ਤਾ ਆ। ਅੱਜ ਬ੍ਰਹਮਚੰਦ ਦੀ ਧਰਤੀ ਤੇ ਇਹ ਟਰੈਕਟਰ ਜਿਹਦੇ ਤਰੀਕੇ ਨਾਲ ਕਿਸਾਨੀ ਦੇ ਝੰਡੇ ਲੱਗੇ ਹੋਏ ਨੇ ਲੈ ਕੇ ਪਹੁੰਚੇ ਨੇ ਸ਼ਿੰਗਾਰਾ ਸਿੰਘ ਜੀ, ਉਹਨਾਂ ਨਾਲ ਗੱਲ ਕਰਦੇ ਆ। ਸ਼ਿੰਗਾਰਾ ਜੀ ਸਵਾਗਤ ਹੈ ਹਮਦਰਦ। ਸਤਿ ਸ਼੍ਰੀ ਅਕਾਲ ਜੀ। ਅੱਜ ਫਾਰਮਰਸ ਪ੍ਰੋਟੈਸਟ ਵਿੱਚ ਫਿਰ ਤੁਸੀਂ ਸ਼ਮੂਲੀਅਤ ਕਰਨ ਲਈ ਪਹੁੰਚੇ ਹੋ, ਪਹਿਲੀ ਵਾਰੀ ਆਏ ਹੋ ਜਾਂ ਅੱਗੇ ਵੀ? ਮੈਂ ਜਿੰਨੀਆਂ ਕੁ ਰੈਲੀਆਂ ਹੋਈਆਂ ਨੇ ਜੀ, ਪਹਿਲਾਂ ਤਾਂ ਮੈਂ ਆਪਦਾ ਟਰੱਕ ਲੈ ਕੇ ਆਉਂਦਾ ਹੁੰਦਾ ਸੀਗਾ ਜੀ, ਤੇ ਇਸ ਵਾਰ ਟਰੈਕਟਰ ਸੀਗਾ ਜੀ, ਤੇ ਮੁੰਡਿਆਂ ਨੇ ਕਿਹਾ ਵੀ ਟਰੈਕਟਰ ਜ਼ਰੂਰ ਲੈ ਕੇ ਆਉਣਾ ਵਾ। ਤਾਂ ਸਾਡੀ ਡਿਊਟੀ ਵੀ ਆ ਜੀ, ਸਾਡਾ ਫਰਜ਼ ਵੀ ਆ। ਸਾਡੇ ਆਪ ਦੇ ਮੇਰੇ ਭਰਾ ਉੱਥੇ ਖੇਤੀ ਕਰਦੇ ਨੇ ਜੀ, ਤੇ ਅਸੀਂ ਆਪ ਵੀ ਖੇਤੀਬਾੜੀ ਨਾਲ ਸੰਬੰਧਿਤ ਹਾਂ, ਤੇ ਇਸ ਕਰਕੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਆਪਦਾ ਅੱਜ ਦੀ ਰੈਲੀ ਦੇ ਵਿੱਚ ਪਹੁੰਚੇ ਹਾਂ ਜੀ। ਜੋ ਵੀ ਹੁਣ ਮੋਗੇ ਦਾ ਵੀ ਕਾਂਡ ਹੋਇਆ ਪੰਜਾਬ ਦਾ ਸਾਡੇ ਗਵਾਂਢ ਜੀ, ਮੈਂ ਜਗਰਾਉਂ ਤੋਂ ਲਾਗੇ ਪਿੰਡ ਆ ਜੀ ਮੇਰਾ ਗੁੜੇ, ਤੇ ਮੋਗੇ ਵੀ ਹੁਣ ਕਾਫੀ ਵੱਡਾ ਹੈਪਨ ਹੋਇਆ ਵਾ। ਉਸ ਤੋਂ ਪਹਿਲਾਂ ਕਰਨਾਲ 'ਚ ਹੋਇਆ ਵਾ। ਜਿਹੜੇ ਵੀ ਇਸ ਤਰ੍ਹਾਂ ਦੇ ਹੈਪਨ ਹੁੰਦੇ ਆ ਬੜੇ ਹੀ ਮੰਦਭਾਗੇ ਆ ਜੀ, ਕਿ ਹਰੇਕ ਚੀਜ਼ ਦਾ ਹੱਲ ਬੈਠ ਕੇ ਟੇਬਲ ਟਾਕ ਤੇ ਹੋਣਾ ਚਾਹੀਦਾ ਵਾ। ਹੁੰਦਾ ਵੀ ਇਸੇ ਤਰ੍ਹਾਂ ਹੀ ਆ ਜੀ। ਜੇ ਆਪਾਂ ਕਹਿੰਦੇ ਆ ਵੀ ਆਪਾਂ ਕਿਸੇ ਨੂੰ ਕੁੱਟ ਕੇ ਕੋਈ ਹੱਲ ਕਰ ਲਾਂਗੇ ਜਾਂ ਇਹਨਾਂ ਨੂੰ ਭਜਾ ਦਾਂਗੇ, ਕਿਉਂਕਿ ਇਹ ਹੁਣ ਤਾਨਾਸ਼ਾਹੀ ਰਵੱਈਆ ਬਣਾਇਆ ਜਾ ਰਿਹਾ ਗੌਰਮੈਂਟ ਵੱਲੋਂ। ਗੌਰਮੈਂਟਾਂ ਦਾ ਫਰਜ਼ ਹੁੰਦਾ ਵਾ ਆਵਾਮ ਦੇ ਲਈ ਕੰਮ ਕਰਨਾ, ਉਹਨਾਂ ਦੀ ਸੁੱਖ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਫੈਸਲਾ ਲੈਣਾ ਜਿਹਦੇ ਵਿੱਚ ਆਵਾਮ ਹੀ ਨਹੀਂ ਖੁਸ਼ ਹੈਗੀ। ਜੇ ਨਹੀਂ ਖੁਸ਼ ਹੈਗੀ ਤਾਂ ਉਹਨਾਂ ਦੀ ਨਾ ਖੁਸ਼ੀ ਦਾ ਕਾਰਨ ਪੁੱਛਿਆ ਜਾਵੇ ਤੇ ਉਹਦਾ ਹੱਲ ਕੱਢਿਆ ਜਾਵੇ। ਤੇ ਜੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਸਮਝ ਲਓ ਕਿ ਉਹ ਇੱਕ ਤਾਨਾਸ਼ਾਹੀ ਰੁੱਖ ਬਣਾ ਰਹੀ ਆ, ਜਿਹੜਾ ਕਿ ਸਾਨੂੰ ਮਨਜ਼ੂਰ ਨਹੀਂ ਹੈਗਾ। ਜਦ ਅਸੀਂ ਕਹਿੰਦੇ ਆ, ਮੈਂ ਤੁਹਾਨੂੰ ਸਾਨੂੰ ਕੋਈ ਇੱਥੇ ਕਹਿੰਦਾ ਵਾ ਕਿ ਤੁਸੀਂ ਆਹ ਚੀਜ਼ ਧੱਕੇ ਨਾਲ ਖਾਓ, ਅਸੀਂ ਮੰਨਦੇ ਨਹੀਂ ਕਿ ਵੀ ਨਹੀਂ ਖਾਣਾ। ਸਾਡੇ ਧੱਕੇ ਨਾਲ ਕਿਉਂ ਸਾਨੂੰ ਉਹ ਚੀਜ਼ ਦੇ ਲਈ ਮਜਬੂਰ ਕੀਤਾ ਜਾ ਰਿਹਾ ਵਾ ਜੀ। ਇਸ ਕਰਕੇ ਜਿਹੜੇ ਉਹ ਦੋਨੇ ਕਰਨਾਲ ਵਾਲਾ ਤੇ ਮੋਗੇ ਵਾਲਾ ਹੈਪਨ ਹੋਇਆ, ਅਸੀਂ ਉਹ ਚੀਜ਼ ਦਾ ਵਿਰੋਧ ਕਰਦੇ ਹਾਂ, ਨਿਖੇਧੀ ਕਰਦੇ ਹਾਂ ਜੀ। ਇਹ ਜੀ ਆਪਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਸਿਉਂਕ ਲੱਗੀ ਹੋਈ ਹੈ ਜੀ ਇਹ, ਤੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਗੱਲ ਆ ਜੀ, ਕਿਉਂਕਿ ਇਹ ਸਾਡੇ ਦਾਦੇ ਪੜਦਾਦਿਆਂ ਨੇ ਵੀ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਵਾ ਤੇ ਮੁੜ ਕੇ ਹੱਲ ਵੀ ਕਰਵਾਏ ਆ। ਤੇ ਇਹ ਚੀਜ਼ਾਂ ਹੁਣ ਵੀ ਹੋ ਜਾਣੀਆਂ, ਟਾਈਮ ਲੱਗ ਸਕਦਾ ਵਾ ਪਰ ਹੱਲ ਜ਼ਰੂਰ ਹੋਊਗਾ ਜੀ। ਮੈਂ ਸਾਰੇ ਆਪਦੇ ਦੋਸਤਾਂ ਨੂੰ, ਮੇਰੇ ਭੈਣ ਭਰਾ ਜੋ ਜ਼ਿਆਦਾਤਰ ਇਹਦੇ ਵਿੱਚ ਸਟੂਡੈਂਟ ਆਏ ਆ, ਤੇ ਮੈਂ ਇਹਨਾਂ ਦਾ ਬਹੁਤ ਦਿਲੋਂ ਹੀ ਧੰਨਵਾਦ ਕਰਦਾ, ਸਟੂਡੈਂਟ ਨੌਜਵਾਨ ਮੁੰਡਿਆਂ ਦਾ ਤੇ ਕੁੜੀਆਂ ਦਾ ਜੀ। ਤੇ ਮੇਰੀਆਂ ਛੋਟੀਆਂ ਭੈਣਾਂ ਨੇ, ਮੇਰੇ ਭਰਾ ਨੇ। ਇੱਕੋ ਹੀ ਬੇਨਤੀ ਆ ਕਿ ਆਪਾਂ ਇਹ ਪ੍ਰੋਟੈਸਟ ਸ਼ਾਂਤਮਈ ਕਰਨਾ ਵਾ। ਇਹਦੇ ਵਿੱਚ ਆਪਾਂ ਕੋਈ ਹੂਟਿੰਗ ਨਹੀਂ ਕਰਨੀ। ਆਪਣੀ ਵਜ੍ਹਾ ਦੇ ਕਾਰਨ ਰੋਡ ਦੇ ਉੱਤੇ ਕਿਸੇ ਨੂੰ ਵੀ, ਜਿੱਦਾਂ ਆਪਾਂ ਨੂੰ ਪੁਲਿਸ ਨੇ ਦੱਸਿਆ, ਸਾਰੀ ਆਪਾਂ ਲਾਈਨ ਆਫ ਗਾਈਡੈਂਸ ਨੂੰ ਫਾਲੋ ਕਰਨਾ ਵਾ, ਤੇ ਆਪਣੀ ਵਜ੍ਹਾ ਕਰਕੇ ਕਿਸੇ ਨੂੰ, ਦੂਜੇ ਬੰਦੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ, ਰਾਹਗੀਰ ਨੂੰ, ਲੰਘਣ ਵਾਲੇ ਨੂੰ। ਅਸੀਂ ਵੀ ਉਹ ਚੀਜ਼ ਨੂੰ ਫਾਲੋ ਕਰਾਂਗੇ। ਤੇ ਸਾਰਿਆਂ ਨੂੰ ਬੇਨਤੀ ਆ, ਮੇਰੇ ਛੋਟੇ ਭੈਣ ਭਰਾਵਾਂ ਨੂੰ, ਮੇਰੇ ਵੱਡੇ ਵੀਰਾਂ ਨੂੰ ਵੀ, ਕਿ ਉਸ ਚੀਜ਼ ਦੇ ਉੱਤੇ ਤਨਦੇਹੀ ਦੇ ਨਾਲ ਪਹਿਰਾ ਦੇਣ। ਰੈਲੀ ਵਿੱਚ ਤੁਸੀਂ ਇੱਕ ਦੇਖ ਸਕਦੇ ਹੋ ਇਸ ਵਕਤ ਵੱਡਾ ਇਕੱਠ ਹੋਇਆ ਵਾ। ਸੋ 9 ਮਹੀਨੇ ਹੋ ਚੁੱਕੇ ਨੇ ਇਸ ਵਕਤ ਉੱਥੇ ਬੈਠਿਆਂ ਨੂੰ। ਤੇ ਰੈਲੀਆਂ ਦੀ ਗੱਲ ਕਰੀਏ, ਹੁਣ ਉੱਥੇ ਅੱਗੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਤੇ ਉੱਥੇ ਰੈਲੀਆਂ ਦਾ, ਪੋਲੀਟੀਕਲ ਰੈਲੀਆਂ ਦਾ ਵੀ ਦੌਰ ਜਾਰੀ ਹੋ ਗਿਆ। ਹਾਂਜੀ, ਪੂਰਾ ਮਾਹੌਲ ਦੇਖੇ ਇਸ ਵਕਤ ਕਿਸਾਨਾਂ ਦੇ, ਉਦੋਂ ਵੀ ਡੰਡੇ ਪੈ ਰਹੇ ਸੀ ਤੇ ਹੁਣ ਵੀ ਡੰਡੇ ਪੈ ਰਹੇ ਨੇ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਤੁਸੀਂ ਸਾਨੂੰ ਕਵਰ ਕਰਨ ਸਾਰਿਆਂ ਨੂੰ ਪਹੁੰਚੇ। ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆ, ਇਹਨੂੰ ਕੋਈ ਵੀ ਆਰਗੇਨਾਈਜ਼ ਨਹੀਂ ਕਰ ਰਿਹਾ, ਇਹਨੂੰ ਆਰਗੇਨਾਈਜ਼ ਆਪ ਮੁਹਾਰੇ ਲੋਕ ਕਰ ਰਹੇ ਆ। ਜਿੰਨੇ ਵੀ ਆਏ ਆ, ਕੋਈ ਸੱਦੇ ਤੇ ਨਹੀਂ, ਅਸੀਂ ਵੀ ਪੋਸਟਰ ਦੇਖ ਕੇ ਹੀ ਆਏ ਆ ਨਾ। ਪਰ ਦੂਜੀ ਗੱਲ ਜਿਹੜਾ ਤੁਸੀਂ ਇੰਡੀਆ ਦੀ ਕੀਤੀ ਆ, ਹਾਂ, ਜਿਵੇਂ ਤੁਸੀਂ ਹਰਿਆਣੇ 'ਚ ਦੇਖਿਆ, ਮੋਗੇ ਦੇਖਿਆ, ਉਹ ਚੀਜ਼ਾਂ ਲੋਕਾਂ 'ਚ ਰੋਹ ਆ ਜੀ, ਇੱਥੇ ਰੋਸ ਆ ਉਹਦੇ ਬਾਰੇ, ਤੇ ਤਾਂ ਇੰਨੇ ਲੋਕ ਇਕੱਠੇ ਹੋ ਰਹੇ। ਹਜੇ ਤਾਂ ਕੁਝ ਵੀ ਨਹੀਂ ਹੋਇਆ, ਹਜੇ ਹੋਰ ਲੋਕ ਆਉਣੇ ਆ।
ਤੇ ਉਸ ਦੀ ਗੱਲ ਕੀਤੀ ਆ, ਪਰ ਰੈਲੀਆਂ ਦੇ ਵਿੱਚ ਪੋਲੀਟੀਕਲ ਰੈਲੀਆਂ 'ਚ ਹਜੇ ਵੀ ਉਹਨਾਂ ਹੀ ਇਕੱਠ ਹੋ ਰਿਹਾ। ਉਹ ਲੋਕ ਫਿਰ ਕੌਣ ਨੇ? ਉਹ ਤਾਂ ਜੀ ਪਿੰਡਾਂ ਦੇ ਆ, ਘੜਾਮ ਚੌਧਰੀ ਕਹਿ ਸਕਦੇ ਆ, ਜਿਨ੍ਹਾਂ ਨੂੰ ਆਹ ਚੀਜ਼ਾਂ ਨਹੀਂ ਦਿਸਦੀਆਂ, ਪੇਟ ਬੰਦੇ ਆ ਜੀ। ਤੇ 600 ਤੋਂ ਉੱਤੇ ਡੈਥ ਹੋ ਗਈ ਕਿਸਾਨਾਂ ਦੀ, ਉਹ ਉਹਨਾਂ ਦੇ ਘਰਾਂ 'ਚੋਂ ਹੀ ਗਏ ਹੋਏ ਆ। ਜਿਹੜੇ ਲੋਕ ਧਰਨੇ 'ਚ ਕਈ ਬੈਠੇ ਸੀਗੇ ਉਹੀ ਅੱਜ ਰੈਲੀਆਂ 'ਚ ਤੁਰੇ ਫਿਰਦੇ ਆ। ਤੇ ਹੁਣ ਪੰਜਾਬ ਦੇ ਨੌਜਵਾਨ ਲੱਗੇ ਹੋਏ, ਜਿਵੇਂ ਦੀਪ ਹੁਣੀ ਹੋ ਗਏ, ਲੱਖਾ ਸਿਧਾਣਾ ਹੋ ਗਿਆ, ਹੋਰ ਮੁੰਡੇ ਕਿੰਨੇ ਆ, ਤਾਂ ਉਹ ਇਹਨਾਂ ਨੂੰ ਜਗਾਉਣ ਲਈ ਲੱਗੇ ਹੋਏ ਆ। ਪਰ ਲੋਕ ਪਤਾ ਨਹੀਂ ਕਿਉਂ ਨਹੀਂ ਸਮਝ ਰਹੇ। ਤੁਹਾਨੂੰ ਲੱਗਦਾ ਕਿ ਜਿਵੇਂ ਜਿਵੇਂ ਇਲੈਕਸ਼ਨਸ ਨੇੜੇ ਆ ਰਹੇ ਨੇ ਕੋਈ ਹੱਲ ਨਿਕਲੂਗਾ ਇਹਦਾ? ਕੋਈ ਸਰਕਾਰ ਇਸ ਬਾਰੇ ਸੋਚ ਰਹੀ ਹੈ? ਇਹ ਜੀ ਜ਼ਬਰ ਤੇ ਸਬਰ ਦੀ ਲੜਾਈ ਹੈ। ਉਹ ਜ਼ਬਰ ਕਰਦੇ ਆ ਲੋਕਾਂ ਤੇ, ਸਾਡੇ ਲੋਕਾਂ ਦੇ ਵਿੱਚ ਸਬਰ ਆ। ਸਬਰ ਵਾਲੇ ਲੋਕ ਹੀ ਆਏ ਹੋਏ ਆ। ਅੱਜ ਜਿਵੇਂ ਟਰੈਕਟਰ ਲੈ ਕੇ ਆਏ, ਸਬਰ ਵਾਲੇ ਲੋਕ ਆ। ਹਾਂ, ਇਲੈਕਸ਼ਨ ਆ ਰਹੇ ਆ, ਜਿਵੇਂ ਯੂਪੀ 'ਚ ਉਹਨਾਂ ਨੂੰ ਹਾਰਾਂ ਮਿਲੀਆਂ, ਹੋਰ ਵੀ ਥਾਂ ਮਿਲਣਗੀਆਂ, ਤਾਂ ਡੈਫੀਨੇਟਲੀ ਉਹ ਕਰਨਾ ਪਊ ਸਰਕਾਰ ਨੂੰ ਕੁਝ। ਉਹਨੇ ਬਿਨਾਂ ਲੋਕਾਂ ਨੇ ਉੱਠਣਾ ਨਹੀਂ ਜੀ। ਹੁਣ ਜਿਵੇਂ ਹਰਿਆਣੇ 'ਚ ਹੀ ਕਿੰਨਾ ਲੋਕਾਂ ਨੂੰ ਕੁੱਟਿਆ ਗਿਆ ਹੈ ਨਾ, ਤਾਂ ਉਹ ਜਮਾਂ ਹੀ ਗਲਤ ਗੱਲ ਆ ਜੀ। ਫਿਰ ਲੋਕ ਵੀ ਸਬਰ ਕਿੰਨਾ ਕੁ ਚਿਰ ਰੱਖਣਗੇ? ਮੂਹਰੋਂ ਵੀ ਡਾਂਗਾ ਮਾਰਨਗੇ। ਇਹੀ ਗੱਲਾਂ ਜੀ, ਬਸ ਸਬਰ ਥੋੜਾ ਜਿਹਾ ਹੀ ਮੇਰਾ ਖਿਆਲ ਰਹੂਗਾ ਲੋਕਾਂ ਦਾ ਜੀ। ਲੱਗਦਾ ਵਿਦੇਸ਼ਾਂ 'ਚ ਜਿਵੇਂ ਆ ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਇਹਦਾ ਕੋਈ ਅਸਰ ਹੋਊਗਾ? ਵੇਖੋ ਜੀ, ਰੈਲੀਆਂ ਇਹ ਇੱਕ ਨਹੀਂ ਨਿਕਲੀਆਂ। ਅਸੀਂ ਜਿੰਨੇ ਵੀ ਆ ਮੁੰਡੇ ਆਰਗੇਨਾਈਜ਼ ਕਰਦੇ ਹੁੰਦੇ, ਇਹਨਾਂ ਦਾ ਸਹਿਯੋਗ ਕਰਦੇ ਆ। ਜਿਵੇਂ ਸ਼ੁਰੂ ਹੀ ਹੋਇਆ ਸੀ, ਉਦੋਂ ਤੋਂ ਹੀ ਸਿਆਲਾਂ ਤੋਂ ਹੀ ਰੈਲੀਆਂ ਸ਼ੁਰੂ ਹੋ ਗਈਆਂ ਸੀ। ਹਾਂਜੀ, ਸਾਨੂੰ ਆਸ ਆ ਕਿ ਅਸੀਂ ਇੰਡੀਆ ਨਹੀਂ ਜਾ ਸਕਦੇ, ਕਮ ਸੇ ਕਮ ਇੱਧਰ ਰਹਿੰਦੇ ਆਪਣੇ ਭਰਾ ਸਪੋਰਟ ਤਾਂ ਕਰ ਸਕਦੇ ਆ ਨਾ। ਸਾਨੂੰ ਵੀ ਉਹਨਾਂ ਦਾ ਦਰਦ ਆ, ਅਸੀਂ ਵੀ ਉਹਨਾਂ ਪਰਿਵਾਰਾਂ 'ਚੋਂ ਹੀ ਆਏ ਆ ਜੀ। ਆਪਾਂ ਕਿਹੜਾ ਬਹੁਤ ਅਮੀਰ ਘਰਾਂ ਦੇ ਵਿੱਚੋਂ ਆਏ ਆ ਵੀ ਆਪਣਾ ਉੱਥੇ ਬਹੁਤ ਵਧੀਆ ਸੀਗਾ। ਆਹ ਪ੍ਰਦੇਸ਼ਾਂ 'ਚ ਆਏ ਆ ਤਾਂ ਇਹੀ ਕਹਿੰਦੇ ਆ ਵੀ ਇੱਥੇ ਵੱਧ ਚੜ ਕੇ। ਉਹ ਕਈ ਹੈਗੇ ਆ ਜੀ ਲੋਕ ਜਿਹੜੇ ਕਹਿੰਦੇ ਵੀ ਤੁਸੀਂ ਕੀ ਕਰਦੇ ਆ ਯਾਰ, ਆਹ ਤਾਂ ਐਵੇਂ ਬੇਫਾਲਤੂ ਤੁਸੀਂ ਇਹਦੇ ਇਕੱਠ ਕਰਦੇ ਆ। No food, no farmer. No food, no farmer. No food. किसान एकता जिंदाबाद। किसान एकता जिंदाबाद। किसान मजदूर एकता जिंदाबाद। किसान मजदूर एकता जिंदाबाद। कब्जा रोक देंगे, बच्चा बच्चा चौक देंगे, फसलों पे कब्जा रोक देंगे, बच्चा बच्चा चौक देंगे, क्योंकि जुड़े आई को झंडे नाल हक लवांगे डंडे नाल, जुड़े आई को झंडे नाल हक लवांगे डंडे नाल, जुड़े आई को झंडे नाल हक लवांगे डंडे नाल। ਸੋ ਇਹ ਗੱਲਬਾਤ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਫਿਲਮਾਂ 'ਚ ਦਿਖਾਇਆ ਜਾਂਦਾ ਉੜਦਾ ਪੰਜਾਬ। ਪੰਜਾਬ ਦੀ ਨੌਜਵਾਨੀ ਨੂੰ ਕਿਹਾ ਗਿਆ ਕਿ ਨਸ਼ਿਆਂ ਵਿੱਚ ਜਿਹੜੀ ਆ ਖੋ ਚੁੱਕੀ ਆ। ਸੋ ਇਹ ਆ ਜੀ, ਦੇਖੋ ਪੰਜਾਬ ਦੀ ਨੌਜਵਾਨੀ ਚਾਹੇ ਵਿਦੇਸ਼ 'ਚ ਪਹੁੰਚ ਚੁੱਕੀ ਹੈ, ਇਸ ਵਕਤ ਵੀ ਆਪਣੇ ਪੰਜਾਬ ਨਾਲ, ਆਪਣੀ ਮਿੱਟੀ ਨਾਲ, ਆਪਣੇ ਭਾਰਤ ਨਾਲ ਜੁੜੀ ਹੋਈ ਆ। ਆਪਣੇ ਬਜ਼ੁਰਗਾਂ ਦੇ ਲਈ ਇੱਥੇ ਇਸ ਵਕਤ ਪ੍ਰੋਟੈਸਟ ਕਰ ਰਹੀ ਆ, ਆਪਣੇ ਖੇਤਾਂ ਲਈ ਪ੍ਰੋਟੈਸਟ ਕਰ ਰਹੀ ਹੈ। ਸੋ ਦੇਸ਼ ਦੀ ਬਾਕੀ ਪ੍ਰਾਪਰਟੀ ਨੂੰ ਭਾਵੇਂ ਇਸ ਵਕਤ ਵੇਚਿਆ ਜਾ ਰਿਹਾ, ਕੋਈ ਨਹੀਂ ਬੋਲ ਰਿਹਾ, ਪਰ ਆਪਣੇ ਖੇਤਾਂ ਲਈ, ਆਪਣੀ ਮਿੱਟੀ ਲਈ ਹਰ ਕੋਈ ਇੱਥੇ ਆਵਾਜ਼ ਬੁਲੰਦ ਕਰ ਰਿਹਾ। ਵੱਡੇ ਸੰਖਿਆ ਵਿੱਚ ਇਸ ਵਕਤ ਜਿਹੜੇ ਨੌਜਵਾਨ ਪਹੁੰਚ ਰਹੇ ਨੇ। ਸੋ ਆ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਹੈ ਕਿ ਨਸ਼ਿਆਂ ਵਿੱਚ ਇਸ ਵਕਤ ਦਲਦਲ ਵਿੱਚ ਜਾ ਚੁੱਕੀ ਆ ਜੀ ਉਹ ਨੌਜਵਾਨ ਪੀੜ੍ਹੀ ਜਿਹੜੀ ਇਸ ਵਕਤ ਵਿਦੇਸ਼ਾਂ ਵਿੱਚ ਭਾਵੇਂ ਖੜੀ ਆ, ਪਰ ਆਪਣੇ ਦਿਲ ਵਿੱਚ ਅਜੇ ਵੀ ਦੇਸ਼ ਦਾ ਦਰਦ ਲੈ ਕੇ ਖੜੀ ਹੈ। ਇਹ ਨਹੀਂ ਹੈ ਕਿ ਇਸ ਕਿਸਾਨ ਦੇ ਵਿੱਚ ਸਿਰਫ ਨੌਜਵਾਨ ਮੁੰਡੇ ਜਾਂ ਫਿਰ ਸਾਡੇ ਬਜ਼ੁਰਗ ਹੀ ਅੱਗੇ ਆਏ ਨੇ, ਕੁੜੀਆਂ ਨੇ ਵੀ ਇਸ ਪ੍ਰੋਟੈਸਟ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਦਿੱਲੀ ਦੇ ਬਾਰਡਰ ਦੇ ਉੱਤੇ ਜੇ ਸਾਡੇ ਬਜ਼ੁਰਗ ਉੱਥੇ ਮੌਜੂਦ ਨੇ, ਸਾਡੀਆਂ ਬਜ਼ੁਰਗ ਮਾਤਾਵਾਂ ਵੀ ਉੱਥੇ ਮੌਜੂਦ ਰਹੀਆਂ ਨੇ, ਭੈਣਾਂ ਨੇ ਵੀ ਜਾ ਕੇ ਉੱਥੇ, ਧੀਆਂ ਨੇ ਵੀ ਜਾ ਕੇ ਉੱਥੇ ਪੂਰਾ ਪਾਰਟਿਸਿਪੇਟ ਕੀਤਾ। ਤਾਂ ਉੱਥੇ ਵਿਦੇਸ਼ਾਂ ਵਿੱਚ ਵੀ ਬੈਠੀਆਂ ਧੀਆਂ ਜਿਹੜੀਆਂ ਨੇ ਇਸ ਵਕਤ ਕਿਸਾਨੀ ਦੇ ਹੱਕ ਵਿੱਚ ਡਟੀਆਂ ਹੋਈਆਂ ਨੇ। ਦੇਸ਼ ਵਿੱਚ ਰਹਿ ਕੇ ਭਾਰਤ ਵਿੱਚ ਕੁਝ ਹੋ ਰਿਹਾ, ਉਹਦੇ ਲਈ ਪ੍ਰੋਟੈਸਟ ਕਿਉਂ ਕੀਤਾ ਜਾ ਰਿਹਾ? ਕਿਉਂਕਿ ਹਾਂਜੀ ਅਸੀਂ ਉੱਥੇ ਜੁੜੇ ਹੋਏ ਹਾਂ, ਅਸੀਂ ਉੱਥੋਂ ਆਏ ਹਾਂ, ਸਾਡੀ ਮਿੱਟੀ ਆ ਉਹ। ਅਸੀਂ ਉਹਨਾਂ ਨੂੰ ਕਿੱਦਾਂ ਦੇਖ ਲਈਏ, ਉਹਨਾਂ ਨੂੰ ਡਾਂਗਾ ਖਾਂਦੇ ਹੋਏ, ਉਹਨਾਂ ਤੇ ਨਾ ਅਤਿਆਚਾਰ ਕਰਦੀ ਪਈ ਪੁਲਿਸ ਦਿੱਲੀ ਦੀ, ਹਰਿਆਣੇ ਦੀ। 9 ਮਹੀਨੇ ਤੋਂ ਸਾਡੇ ਬਜ਼ੁਰਗ ਮਾਂ-ਬਾਪ ਉੱਥੇ ਬੈਠੇ ਨੇ ਸਾਡੇ ਹੱਕਾਂ ਲਈ। ਕਿਹਦੇ ਲਈ ਬੈਠੇ ਨੇ? ਸਾਡੇ ਲਈ, ਸਾਡੀ ਗਾਂ ਵਾਲੀ ਪੀੜ੍ਹੀ ਲਈ ਬੈਠੇ ਨੇ। ਉਹਨਾਂ ਨੂੰ ਕੀ ਸ਼ੌਂਕ ਆਪਦੇ ਘਰ ਛੱਡ ਕੇ, ਆਪਦੀ ਇੰਨੀ ਵਧੀਆ ਲਾਈਫ ਛੱਡ ਕੇ ਉੱਥੇ ਬੈਠਣ ਦਾ। ਸੋ ਜੇ ਉਹ ਉੱਥੇ ਬਹਿ ਸਕਦੇ ਤਾਂ ਅਸੀਂ ਇੱਥੇ 1 ਦਿਨ ਕੱਢ ਕੇ ਜਾਂ 2 ਦਿਨ ਕੱਢ ਕੇ ਅਸੀਂ ਕਿਉਂ ਨਹੀਂ ਆ ਸਕਦੇ? ਆਪਦੇ ਟਾਈਮ 'ਚੋਂ ਟਾਈਮ ਕੱਢ ਕੇ ਅਸੀਂ ਕਿਉਂ ਨਹੀਂ ਆ ਸਕਦੇ? ਸੋ ਅਸੀਂ ਉਹਨਾਂ ਲਈ ਅਸੀਂ ਫੀਲ ਕਰਦੇ ਵੀ ਸਾਨੂੰ ਵੀ ਆਪਦਾ ਜਿੰਨਾ ਕੁ
ਯੋਗਦਾਨ ਅਸੀਂ ਪਾ ਸਕਦੇ ਉਹਨਾਂ ਜ਼ਰੂਰ ਪਾਈਏ। ਜਿਸ ਤਰੀਕੇ ਨਾਲ ਜਿਸ ਜੋਸ਼ ਦੇ ਨਾਲ ਇਹ ਸੰਘਰਸ਼ ਸ਼ੁਰੂ ਹੋਇਆ ਸੀ 9 ਮਹੀਨੇ ਹੋ ਚੁੱਕੇ ਨੇ 500 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਜੇ ਤੱਕ ਉਹ ਮੌਤ ਨੂੰ ਕਿਸੇ ਨੇ ਵੀ ਰਿਕਗਨਾਈਜ਼ ਨਹੀਂ ਕੀਤਾ ਕੋਈ ਸ਼ਰਧਾਂਜਲੀ ਕਿਸੇ ਵੱਲੋਂ ਵੀ ਉਹ ਸਟੇਟਮੈਂਟ ਨਹੀਂ ਆਈ ਹੈਗੀ ਸੋ ਤੁਹਾਨੂੰ ਲੱਗ ਰਿਹਾ ਕਿ 9 ਮਹੀਨੇ ਬਾਅਦ ਵੀ ਅਜੇ ਵੀ ਜੋਸ਼ ਉਸੇ ਤਰੀਕੇ ਨਾਲ ਬਰਕਰਾਰ ਹੈਗਾ ਧੁੱਪ ਹਨੇਰੀ ਹਰ ਮੌਸਮ ਚੱਲ ਲਿਆ ਸਰਦੀ ਗਰਮੀ ਸਭ ਕੁਝ ਦੇਖ ਸਹੀ ਗੱਲ ਹਾਂਜੀ ਜੀ ਉਹ ਤਾਂ ਬਰਕਰਾਰ ਰਹੂਗਾ ਹਮੇਸ਼ਾ ਹੁਣ 9 ਮਹੀਨੇ ਹੋ ਗਏ ਆਲਰੇਡੀ ਤੇ 12 ਮਹੀਨੇ ਵੀ ਹੋ ਜਾਣੇ ਜੇ ਸਰਕਾਰ ਨਾ ਮੰਨੀ ਤਾਂ ਉਹ ਬੈਠੇ ਆ ਮੀਂਹ 'ਚ ਵੀ ਬੈਠੇ ਸੀ ਠੰਡ 'ਚ ਵੀ ਬੈਠੇ ਸੀਗੇ ਅਸੀਂ ਵੀ ਸਾਨੂੰ ਵੀ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਅਸੀਂ ਵੀ ਆਉਂਦੇ ਸਨੋ 'ਚ ਵੀ ਆਉਂਦੇ ਰਹੇ ਮੀਂਹ 'ਚ ਵੀ ਆਉਂਦੇ ਰਹੇ ਧੁੱਪ 'ਚ ਵੀ ਜੇ ਉੱਥੇ ਸਾਡੇ ਬਜ਼ੁਰਗ ਬਹਿ ਸਕਦੇ ਤਾਂ ਅਸੀਂ ਕਿਉਂ ਨਹੀਂ ਬਹਿ ਸਕਦੇ ਕਿਉਂਕਿ ਉਹਨਾਂ ਨੇ ਉਹ ਸਾਨੂੰ ਹੌਸਲਾ ਦੇ ਰਹੇ ਨੇ ਉੱਥੇ ਬਹਿ ਕੇ ਵੀ ਜੇ ਆਪਦੇ ਹੱਕਾਂ ਲਈ ਉਹ ਲੜ ਸਕਦੇ ਤਾਂ ਅਸੀਂ ਕਿਉਂ ਨਹੀਂ ਕੈਨੇਡਾ 'ਚ ਰਹਿ ਕੇ ਵੀ ਉਹਨਾਂ ਦੀ ਸਪੋਰਟ ਕਰ ਸਕਦੇ ਤਾਂ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਉਹਨਾਂ ਨੂੰ ਹੌਸਲਾ ਮਿਲਦਾ ਹਾਂਜੀ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਕ ਪਾਸੇ ਤਾਂ ਕਿਸਾਨੀ ਪ੍ਰੋਟੈਸਟ ਵਿੱਚ ਸ਼ਾਮਿਲ ਹੋ ਰਹੇ ਨੇ ਦੂਜੇ ਪਾਸੇ ਪਾਰਟੀ ਦੀਆਂ ਰੈਲੀਆਂ ਵਿੱਚ ਜਾ ਕੇ ਉੱਥੇ ਨੇਤਾਵਾਂ ਦਾ ਸਾਥ ਦੇ ਰਹੇ ਨੇ ਅਜੇ ਵੀ ਉੱਥੇ ਇੰਨਾ ਇਕੱਠ ਹੋ ਰਿਹਾ ਵਾ ਇੱਕ ਪਾਸੇ ਆ ਕਿ ਪਿੰਡ ਦੇ ਲੋਕ ਜਿਹੜਿਆ ਪਾਰਟੀਆਂ ਨੂੰ ਵੜਨ ਨਹੀਂ ਦੇ ਰਹੇ ਦੂਜੇ ਪਾਸੇ ਉਸੇ ਪਿੰਡ 'ਚ ਕੁਝ ਲੋਕ ਅਜਿਹੇ ਨੇ ਜਿਹੜੇ ਪਾਰਟੀ ਦੀਆਂ ਰੈਲੀਆਂ 'ਚ ਵੀ ਸ਼ਾਮਿਲ ਹੋ ਰਹੇ ਨੇ। ਨਹੀਂ ਉਹਨਾਂ ਲਈ ਬਹੁਤ ਸ਼ਰਮਨਾਕ ਗੱਲ ਆ ਉਹਨਾਂ ਲਈ ਜਿਹੜੇ ਲੋਕ ਉੱਥੇ ਜਾਂਦੇ ਨੇ ਹਜੇ ਵੀ ਉਹਨਾਂ ਦੀ ਸਪੋਰਟ ਕਰ ਰਹੇ ਨੇ ਜਿਨ੍ਹਾਂ ਕਰਕੇ ਅੱਜ ਆਪਾਂ ਇਸ ਚੀਜ਼ ਦੇ ਵਿੱਚੋਂ ਲੰਘ ਰਹੇ ਹਾਂ ਜੇ ਸਰਕਾਰਾਂ ਹੀ ਚੰਗੀਆਂ ਹੁੰਦੀਆਂ ਤਾਂ ਆਪਾਂ ਕਿਉਂ ਹੁਣ ਇੰਨੇ ਟਾਈਮ ਉੱਥੇ ਬੈਠੇ ਰਹਿੰਦੇ ਸੋ ਉਹਨਾਂ ਲੋਕਾਂ ਲਈ ਬਹੁਤ ਸ਼ਰਮਿੰਦਗੀ ਉਹਨਾਂ ਨੂੰ ਮਹਿਸੂਸ ਹੋਣੀ ਚਾਹੀਦੀ ਵੀ ਜੇ ਕਿਉਂਕਿ ਜੇ ਆਪਾਂ ਏਕਾ ਬਣਾ ਕੇ ਜੇ ਆਪਾਂ ਇਹਨਾਂ ਦੇ ਖਿਲਾਫ ਸਾਰੇ ਹੋ ਜਾਈਏ ਤਾਂ ਆਪਣੇ ਲਈ ਜਿੱਤਣਾ ਬਹੁਤ ਸੌਖਾ ਹੋ ਜਾਊਗਾ। ਤੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਜਾਂ ਪੰਜਾਬ ਦੇ ਵਿੱਚ ਭਾਰਤ ਵਿੱਚ ਕੀ ਕਹਿਣਾ ਚਾਹੋਗੇ? ਅਸੀਂ ਬਸ ਇਹੀ ਕਹਿਣਾ ਚਾਹਾਂਗੇ ਵੀ ਅਸੀਂ ਤੁਹਾਡੇ ਨਾਲ ਆ ਚਾਹੇ ਇਹਨੂੰ 12 ਮਹੀਨੇ ਲੱਗ ਜਾਣ ਸਾਲ ਲੱਗ ਜਾਵੇ 2 ਸਾਲ ਲੱਗ ਜਾਣ ਅਸੀਂ ਤਾਂ ਕਹਿੰਦੇ ਜਲਦੀ ਤੋਂ ਜਲਦੀ ਇਹ ਹੋ ਜਾਵੇ ਸਾਨੂੰ ਵੀ ਵਧੀਆ ਲੱਗਦਾ ਜੋ ਸਾਡੇ ਬਜ਼ੁਰਗਾਂ ਦੇ ਉੱਥੇ ਇੰਨਾ ਅਤਿਆਚਾਰ ਹੁੰਦਾ ਸਾਡਾ ਵੀ ਇੱਥੇ ਦਿਲ ਰੋਂਦਾ ਕਿਉਂਕਿ ਸਾਡੇ ਮਾਂ-ਬਾਪ ਨੇ ਉਹ ਵੀ ਤੇ ਅਸੀਂ ਇਹੀ ਚਾਹੁੰਦੇ ਵੀ ਜਲਦੀ ਤੋਂ ਜਲਦੀ ਸਰਕਾਰਾਂ ਇਸ ਚੀਜ਼ ਨੂੰ ਸੌਰਟ ਆਊਟ ਕਰਨ ਜਿੱਦਾਂ ਵੀ ਆ ਸਰਕਾਰਾਂ ਨੂੰ ਸੋਚਣੀ ਚਾਹੀਦੀ ਆ ਵੀ ਕਿੱਦਾਂ ਉਹ ਲੋਕ ਆਪਦੇ ਹੱਕਾਂ ਲਈ ਬੈਠੇ ਨੇ ਤੇ ਲੋਕ ਜਿਹੜੇ ਹਜੇ ਵੀ ਘਰਾਂ ਦੇ ਵਿੱਚ ਵੜ ਕੇ ਬੈਠੇ ਆ ਜਿਨ੍ਹਾਂ ਨੂੰ ਕੋਈ ਬਿਲਕੁਲ ਵੀ ਹੈ ਨਹੀਂ ਕਿ ਜੇ ਉਹ ਬਹਿ ਸਕਦੇ ਅਸੀਂ ਕਿਉਂ ਨਹੀਂ ਆਪਦੇ ਘਰਾਂ 'ਚ ਉੱਠਣ ਲੋਕ ਜਾਣ ਵੱਧ ਤੋਂ ਵੱਧ ਦਿੱਲੀ ਪਹੁੰਚਣ ਜਿੰਨਾ ਕਿ ਵੀ ਆਪਦਾ ਯੋਗਦਾਨ ਪਾ ਸਕਦੇ ਐਟਲੀਸਟ ਇੱਕ ਪੋਸਟ ਤਾਂ ਪਾ ਹੀ ਸਕਦੇ ਜੇ ਨਹੀਂ ਜਾ ਸਕਦੇ ਤਾਂ ਜ਼ਰੂਰ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰਨ ਅਸੀਂ ਇਹੀ ਕਹਿਣਾ ਚਾਹੁੰਦੇ। ਬੈਕ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਹਾਂਜੀ ਮੈਂ ਰਾਜਸਥਾਨ ਤੋਂ। ਰਾਜਸਥਾਨ ਹਾਂਜੀ ਤੇ ਪੰਜਾਬੀ ਬੜੀ ਸੋਹਣੀ ਬੋਲਦੇ ਹੋ। ਹਾਂਜੀ ਹਨੂੰਮਾਨਗੜ੍ਹ ਗੰਗਾਨਗਰ ਏਰੀਆ ਸਾਰਾ ਪੰਜਾਬ ਦੇ ਬਾਰਡਰ ਤੇ ਲੱਗਦਾ ਨਾ ਤਾਂ ਇਸੇ ਕਰਕੇ ਕਿਸਾਨੀ ਪਰਿਵਾਰ ਨਾਲ ਸੰਬੰਧ ਹੈ ਤੁਹਾਡਾ? ਹਾਂਜੀ ਸਾਰੇ ਫਾਰਮਰ ਸਾਡੀ ਫੈਮਿਲੀ ਸਾਰੇ ਰਿਸ਼ਤੇਦਾਰ ਵੀ ਸਾਰੇ ਫਾਰਮਰ। ਤੇ ਕਿਸਾਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ 9 ਮਹੀਨਿਆਂ ਤੋਂ ਇਸ ਵਕਤ ਸਬਰ ਦਿਖਾ ਰਹੇ ਨੇ ਜਿਹੜੇ? ਹਾਂਜੀ ਇਹ ਤਾਂ ਹੈ ਕਿਉਂਕਿ ਇਹ ਤਾਂ ਮੋਦੀ ਨੂੰ ਸੋਚਣਾ ਚਾਹੀਦਾ ਵੈਸੇ ਜਿਹੜੀ ਚੀਜ਼ ਜਿਹੜੀ ਆਪਣੇ ਵਾਸਤੇ ਬਣੀ ਹੈ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਣੇ ਵਾਸਤੇ ਸਹੀ ਹੈ ਨਹੀਂ ਗੀ ਜਿਨ੍ਹਾਂ ਵਾਸਤੇ ਬਣਾਈ ਹੈ ਜਦੋਂ ਉਹਨਾਂ ਨੂੰ ਨਹੀਂ ਸਹੀ ਲੱਗਦੀ ਤਾਂ ਉਹਦਾ ਕੋਈ ਹੱਕ ਨਹੀਂ ਗਾ ਇਸ ਚੀਜ਼ ਨੂੰ ਅਪਰੂਵ ਕਰਨ ਦਾ ਜਾਂ ਇਹ ਜਦੋਂ ਕਿਸਾਨ ਹੀ ਨਹੀਂ ਮੰਨ ਰਹੇ ਹਨਾ ਵੀ ਇਹ ਸਾਡੇ ਵਾਸਤੇ ਸਹੀ ਹੈ ਨਹੀਂ ਗੀ ਤਾਂ ਉਹਨੂੰ ਕੋਈ ਹੱਕ ਨਹੀਂ ਗਾ ਵੀ ਇਹ ਚੀਜ਼ ਅਲਾਉ ਕਰੇ ਵੀ ਉਹਨਾਂ ਤੇ ਵੀ ਧੱਕੇ ਨਾਲ ਤਾਂ ਥੋਪ ਨਹੀਂ ਸਕਦਾ ਨਾ ਕਿਸਾਨ ਜਦੋਂ ਉਹਨਾਂ ਨੂੰ ਪਤਾ ਵੀ ਇਹ ਕਾਨੂੰਨ ਉਹਨਾਂ ਵਾਸਤੇ ਗਲਤ ਹੈਗਾ ਤਾਂ ਉਹਦਾ ਹੱਕ ਹੈਗਾ ਵੀ ਇਹ ਛੇਤੀ ਤੋਂ ਛੇਤੀ ਕਾਨੂੰਨ ਰੱਦ ਕਰੇ ਬਿਕੋਜ਼ ਉਹ ਵੀ ਆਪਦੇ ਘਰਾਂ ਤੋਂ 9 ਮਹੀਨੇ ਹੋ ਗਏ ਨਾ ਇਹਨੇ ਟਾਈਮ ਤੋਂ ਬੈਠੇ ਹੈਗੇ ਆ। ਹਾਂਜੀ ਲਾਠੀ ਚਾਰਜ ਬਿਕੋਜ਼ ਜੇ ਉਹਨੂੰ ਇਹ ਲੱਗਦਾ ਹੈਗਾ ਵੀ ਇਹ ਕਾਨੂੰਨ ਸਹੀ ਹੈਗਾ ਠੀਕ ਹੈ ਉਹ ਪ੍ਰੂਵ ਵੀ ਕਰਨਾ ਚਾਹੁੰਦਾ ਇਹ ਚੀਜ਼ ਨੂੰ ਅੱਗੇ ਲਿਆਉਣਾ ਚਾਹੁੰਦਾ ਤਾਂ ਉਹ ਇਹ ਚੀਜ਼ ਨੂੰ ਇੱਕ ਸੈਂਸ ਨਾਲ ਸਮਝਾ ਕੇ ਜਾਂ ਕੁਝ ਵੀ ਉਹ ਚੀਜ਼ ਨੂੰ ਜਾਂ ਉਹਦੇ ਵਿੱਚ ਕੁਝ ਇੱਧਰ ਉੱਧਰ ਕਰਕੇ ਨਾ ਕਿਸਾਨਾਂ ਦੀ ਗੱਲ ਵੀ ਸੁਣ ਕੇ ਆਪਦੇ ਵਾਲੀਆਂ ਚੀਜ਼ਾਂ ਰੱਖ ਕੇ ਕੁਝ ਉਸ ਹਿਸਾਬ ਨਾਲ ਵੀ ਕਰ ਸਕਦੇ ਜ਼ਰੂਰੀ ਨਹੀਂ ਵੀ ਜਿਹੜੀ ਚੀਜ਼ ਉਹਨੇ ਬਣਾਤੀ ਉਹੀ ਸਹੀ ਹੋਊਗੀ ਉਹਦੇ ਵਿੱਚ ਕਿਸਾਨਾਂ ਦੀ ਰਾਏ ਲੈ ਕੇ ਸਾਰਾ ਕੁਝ ਸਹੀ ਕਰਕੇ ਉਹ ਚੀਜ਼ ਨੂੰ ਕਰ ਸਕਦਾ ਬਾਕੀ ਜੇ ਉਹ ਸਹੀ ਹੈਗਾ ਤਾਂ ਉਹਦਾ ਹੱਕ ਹੀ ਨਹੀਂ ਮੰਨਦਾ ਲਾਠੀ ਚਾਰਜ ਕਰਨ ਦਾ ਉਹ ਲਾਠੀ ਚਾਰਜ ਕਰਕੇ ਕੀ ਸ਼ੋਅ ਕਰਨਾ ਚਾਹੁੰਦਾ ਹੈਗਾ। ਇਹ ਹਮੇਸ਼ਾ ਕਿਹਾ ਜਾਂਦਾ ਵੀ ਜਿਹੜੀ ਨੌਜਵਾਨੀ ਹੈ ਇਸ ਵਕਤ ਹੁਣ ਪੁੱਠੇ ਪਾਸੇ ਪੈ ਚੁੱਕੀ ਆ ਗਾਣਿਆਂ ਦੇ ਮਗਰ ਲੱਗ ਚੁੱਕੀ ਆ ਹੋਰ ਚੀਜ਼ਾਂ ਮਗਰ ਲੱਗ ਚੁੱਕੀਆਂ ਪਰ ਇਸ ਪ੍ਰੋਟੈਸਟ ਨੇ ਦੇਖ ਦਿੱਤਾ ਨਾ ਸਿਰਫ ਪੰਜਾਬ ਬਲਕਿ ਦੁਨੀਆ ਦੇ ਕੋਨੇ-ਕੋਨੇ ਤੋਂ ਨੌਜਵਾਨ ਆ ਕੇ ਜੁੜੇ ਨੇ ਵਿਦੇਸ਼ਾਂ 'ਚ ਵੀ ਅਸੀਂ ਦੇਖ ਸਕਦੇ ਹਾਂ ਕਿ ਇਸ ਵਕਤ 90% ਨੌਜਵਾਨ ਪੀੜ੍ਹੀ ਇਸ ਵਕਤ ਪ੍ਰੋਟੈਸਟ ਕਰ ਰਹੀ ਹੈ। ਹਾਂਜੀ ਬਿਕੋਜ਼ ਜਿਹੜੇ ਵੀ ਸੀਗੇ ਆਪਣੇ ਕਿਸਾਨੀ ਫੈਮਿਲੀ ਤੋਂ ਵੀ ਮੁੰਡੇ ਕੁੜੀਆਂ ਹਨਾ ਜਿਹੜੇ ਵੀ ਬਿਲੋਂਗ ਕਰਦੇ ਸੀਗੇ ਪਹਿਲਾਂ ਸਾਰੇ ਸੌਂਗਸ ਦੇ ਰਿਲੇਟਡ ਆ ਨਾ ਸਾਰੇ ਕਲਾਕਾਰਾਂ ਦੇ ਮਗਰ ਬਹੁਤ ਲੱਗੇ ਹੋਏ ਸੀਗੇ ਹੁਣ ਵੀ ਹੈਗੇ ਬਟ ਉਹੀ ਕਲਾਕਾਰ ਵੀ ਸਹੀ ਰਾਹ ਤੇ ਚੱਲੀ ਜਾਂਦੇ ਹੈਗੇ ਕਲਾਕਾਰਾਂ ਨੇ ਜਿਵੇਂ ਰਣਜੀਤ ਬਾਵਾ ਇਹਨਾਂ ਨੇ ਬਹੁਤ ਵਧੀਆ ਸੌਂਗ ਹੁਣ ਜਿਹੜੇ ਰਿਲੀਜ਼ ਕੀਤੇ ਗਏ ਇਹਨਾਂ ਦੇ ਰਿਲੇਟਡ ਜਿਵੇਂ ਉਹ ਸੌਂਗ ਆਪਣੇ ਕਲਾਕਾਰ ਵੀ ਬਹੁਤ ਜ਼ਿਆਦਾ ਸੇਧਾ ਦਿੰਦੇ ਹੈਗੇ ਇਸ ਚੀਜ਼ ਨੂੰ ਜੇ ਉਹ ਵਧੀਆ ਸੌਂਗ ਕੱਢਦੇ ਤਾਂ ਆਪਣੇ ਵੀ ਮੁੰਡੇ ਕੁੜੀ ਉਹਨਾਂ ਦੇ ਮਗਰ ਲੱਗ ਕੇ ਵੀ ਵਧੀਆ ਸੌਂਗ ਸੁਣਨ ਲੱਗ ਗਏ ਨਾ ਉਹਨਾਂ ਨੂੰ ਬੜਾਵਾ ਦਿੰਦੇ ਹੈਗੇ ਤਾਂ ਸਿੰਗਰ ਦਾ ਵੀ ਬਹੁਤ ਵੱਡਾ ਹੱਥ ਹੈਗਾ ਇਹਨਾਂ ਦੇ। ਬਰੈਂਪਟਨ ਦੇ ਜਿਹੜੇ ਅੱਜ ਹੈਗੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਬਿਕੋਜ਼ ਸਾਡਾ ਸੈਟਰਡੇ ਸੰਡੇ ਹਮੇਸ਼ਾ ਹੀ ਇੱਥੇ ਪ੍ਰੋਟੈਸਟ ਹੁੰਦਾ ਹੈਗਾ ਸੈਟਰਡੇ ਨੂੰ ਸ਼ੈਰੀਡਨ ਪਲਾਜ਼ੇ ਤੇ ਟਰਮੀਨਲ ਤੇ ਹੁੰਦਾ ਨਾ ਸੰਡੇ ਨੂੰ ਤਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਵੀ ਜਿੰਨੇ ਵੀ ਮੁੰਡੇ ਅੱਜ ਆਏ ਹੈਗੇ ਨਾ ਜਿਨ੍ਹਾਂ ਨੂੰ ਵੀ ਅੱਜ ਪਤਾ ਲੱਗਿਆ ਕਿ ਉੱਥੇ ਪ੍ਰੋਟੈਸਟ ਹੁੰਦਾ ਤਾਂ ਹਮੇਸ਼ਾ ਉੱਥੇ ਪਹੁੰਚਿਆ ਕਰੋ ਬਿਕੋਜ਼ ਇੱਥੋਂ ਹੀ ਬੜਾਵਾ ਮਿਲਦਾ ਹੈਗਾ ਉੱਧਰ ਇੰਡੀਆ ਬੈਠੇ ਆ ਉਹਨਾਂ ਨੂੰ ਵੀ ਆਪਣੇ ਕਰਕੇ ਹੌਸਲਾ ਹੁੰਦਾ ਨਾ ਵੀ ਚਲੋ ਉੱਥੇ ਵੀ ਸਾਡੀ ਸਪੋਰਟ 'ਚ ਬੈਠੇ ਹੈਗੇ ਆ ਤੇ ਇੱਥੇ ਤਾਂ ਵੈਸੇ ਵੀ ਸਾਰੇ ਪੰਜਾਬੀ ਹੈਗੇ ਆ ਤਾਂ ਵਧੀਆ ਸਾਰੇ ਪ੍ਰੋਟੈਸਟ ਕਰਦੇ ਤੇ ਆਪਦੇ ਆਪ ਨੂੰ ਬਹੁਤ ਹੌਸਲਾ ਹੁੰਦਾ।
ਅੱਜ ਪ੍ਰੋਟੈਸਟ ਕਰਨ ਦਾ ਕਿਵੇਂ ਮਨ ਦੇ ਵਿੱਚ ਆਇਆ ਕਿ ਅੱਜ ਦੇ ਦਿਨ ਰੈਲੀ ਕੀਤੀ ਜਾਵੇ? ਜੀ ਵੇਖੋ, ਅਸੀਂ ਤਾਂ ਜਦੋਂ ਦਾ ਪ੍ਰੋਟੈਸਟ ਇੰਡੀਆ ਚੱਲ ਰਿਹਾ ਹੈ ਨਾ, ਅਸੀਂ ਉਦੋਂ ਦਾ ਹੀ ਬਰੈਂਪਟਨ ਗੇਟਵੇ ਟਰਮੀਨਲ ਤੇ ਹਰ ਐਤਵਾਰ ਪ੍ਰੋਟੈਸਟ ਕਰੀਦਾ ਹੈ ਬਾਈ ਸੈਲਫ। ਆ ਸਾਡੀ ਟੀਮ ਹੈ, ਅਸੀਂ ਹਰ ਐਤਵਾਰ ਉੱਥੇ ਖੜੀਦਾ ਹੈ, ਕੋਈ ਆਵੇ ਨਾ ਆਵੇ ਪਰ ਅਸੀਂ ਹਰ ਐਤਵਾਰ ਉੱਥੇ ਹੁੰਨੇ ਆ। ਤੁਸੀਂ ਹਾਂਜੀ, ਪੱਕਾ ਧਰਨਾ ਸਾਡਾ ਉੱਥੇ ਹੈਗਾ ਆ, ਕਿਉਂਕਿ ਵੇਖੋ ਜਿਵੇਂ ਆਪਣੇ ਉੱਥੇ ਬਜ਼ੁਰਗ ਬੈਠੇ ਆ, ਠੰਡ 'ਚ, ਮੀਂਹ 'ਚ, ਗਰਮੀ 'ਚ ਇੰਨਾ ਉਹ ਸਟਰਗਲ ਕਰ ਰਹੇ ਆ, ਤੇ ਆਪਣਾ ਵੀ ਇੱਥੇ ਫਰਜ਼ ਬਣਦਾ ਹੈ ਕਿ ਆਪਣੇ ਤੋਂ ਜਿੰਨਾ ਵੀ ਹੋ ਸਕੇ ਆਪਾਂ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇੰਡੀਆ ਵਿੱਚ ਤਾਂ ਪ੍ਰੋਟੈਸਟ ਨੂੰ ਲੈ ਕੇ ਸਮਰਥਨ ਯੂਥ ਦਾ ਮਿਲ ਹੀ ਰਿਹਾ, ਇੱਥੇ ਵਿਦੇਸ਼ਾਂ ਵਿੱਚ ਵੀ ਕਾਫੀ ਜ਼ਿਆਦਾ ਅਸੀਂ ਦੇਖਿਆ ਕਿ ਸਮਰਥਨ ਮਿਲ ਰਿਹਾ ਵਾ। ਸੋ ਇਸ ਵਕਤ ਸਰਕਾਰ ਵੀ ਲੱਗ ਨਹੀਂ ਰਿਹਾ ਕਿ ਅਜੇ ਕਿਸੇ ਪਾਸੇ ਵੱਲ ਨੂੰ ਕੋਈ ਇਹ ਨਤੀਜਾ ਨਿਕਲ ਰਿਹਾ ਵਾ। ਕੀ ਕਹਿਣਾ ਚਾਹੋਗੇ ਜਿਹੜੇ ਇਸ ਵਕਤ ਤੁਹਾਨੂੰ ਦਰਸ਼ਕ ਖਾਸ ਤੌਰ ਤੇ ਕਿਸਾਨ ਦੇਸ਼ ਵਿੱਚ ਬੈਠੇ ਦੇਖ ਰਹੇ? ਦੇਖੋ ਜੀ, ਕਿਸਾਨ ਦੇ ਤੇ ਹੁਣ ਮਤਲਬ ਜਿਵੇਂ ਪ੍ਰੋਟੈਸਟ ਥੋੜਾ ਠੰਡਾ ਪੈ ਗਿਆ ਸੀ, ਕਿਸਾਨ ਜਿਹੜੀ ਹੈਗੀ ਸਰਕਾਰ ਉਹਨਾਂ ਦੇ ਤਾਂ ਕੰਨ ਤੇ ਜੂੰ ਨਹੀਂ ਸਰਕ ਰਹੀ, ਪਰ ਹੁਣ ਫੇਰ ਤੋਂ ਥੋੜੇ ਦਿਨ ਪਹਿਲਾਂ ਜੋ ਹਰਿਆਣਾ ਵਿੱਚ ਹੋਇਆ ਉਸ ਤੋਂ ਲੱਗਦਾ ਹੈ ਕਿ ਹਾਂ ਹੁਣ ਫੇਰ ਯੂਥ ਉੱਠਿਆ ਹੈ ਤੇ ਹਾਂ ਆਪਾਂ ਆਪਣੇ ਹੱਕ ਲੈ ਕੇ ਰਵਾਂਗੇ। ਕੀ ਨੇ ਅੱਗੇ ਇਲੈਕਸ਼ਨਸ ਵੀ ਆਉਣ ਵਾਲੀਆਂ ਨੇ, ਰੈਲੀਆਂ ਵਿੱਚ ਵੀ ਕਈ ਲੋਕ ਜਾ ਰਹੇ ਨੇ ਕਿਸਾਨਾਂ ਦਾ ਸਾਥ ਛੱਡ ਕੇ ਰੈਲੀਆਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਸਾਥ ਦਿੱਤਾ ਜਾ। ਹਾਂਜੀ, ਇਹ ਬਹੁਤ ਦੁਖਦਾਈ ਗੱਲ ਆ ਸਾਡੇ ਵਾਸਤੇ। ਕੋਈ ਸਾਡੇ ਜੋ ਪਤਾ ਨਹੀਂ ਉਹਨਾਂ ਨੂੰ ਅਨਪੜ੍ਹ ਕਹੀਏ ਤਾਂ ਉਹਨਾਂ ਨੂੰ ਕੀ ਨਾਂ ਦਈਏ, ਵੀ ਜਿਹੜੇ ਉਹ ਰਾਜਨੀਤਿਕ ਪਾਰਟੀਆਂ ਦੇ ਫਿਰ ਪਿੱਛੇ ਲੱਗੇ ਹੋਏ ਨੇ, ਕਿ ਜਿਨ੍ਹਾਂ ਨੇ ਇਹ ਸਾਨੂੰ ਕਾਨੂੰਨ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਣ ਲਈ ਮਜਬੂਰ ਕੀਤਾ, ਅਸੀਂ ਫਿਰ ਉਹਨਾਂ ਦੇ ਪਿੱਛੇ ਜਾ ਰਹੇ ਹਾਂ। ਇਹ ਸਾਡੀ ਬਹੁਤ ਵੱਡੀ ਬਦਕਿਸਮਤੀ ਆ। ਸਾਡੀ ਇਹ ਤਰਾਸਦੀ ਆ ਵੀ ਅਸੀਂ ਪੜ੍ਹਦੇ ਨਹੀਂ, ਲਿਖਦੇ ਨਹੀਂ, ਅਸੀਂ ਚਾਰ ਗੱਲਾਂ ਸੁਣ ਕੇ ਉਹਨਾਂ ਦੇ ਪਿੱਛੇ ਫਿਰ ਲੱਗ ਜਾਂਦੇ ਆ। ਇਹਦੇ ਬਾਰੇ ਜਿੰਨਾ ਕਹਿ ਦਈਏ ਉਨੀ ਹੀ, ਜਿੰਨੀ ਇਹਦੀ ਨਿੰਦਿਆ ਕਰਦੀ ਹੈ ਉਨੀ ਹੀ ਘੱਟ ਆ। ਅਸੀਂ ਹਮਦਰਦ ਟੀਵੀ ਦਾ ਹੀ ਬਹੁਤ ਧੰਨਵਾਦ ਆ ਜਿਹੜੀ ਉੱਥੇ ਵੀ ਕਵਰੇਜ ਕਰਦੇ ਆ, ਪਰ ਬਹੁਤ ਸਾਰੇ ਚੈਨਲ ਉਹਨਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਉੱਥੋਂ ਕਹਿ ਕੇ ਗਏ ਨੇ ਵੀ ਅਸੀਂ ਕਿਸਾਨੀ ਸੰਘਰਸ਼ ਨੂੰ ਕਵਰ ਨਹੀਂ ਕਰਨਾ। ਹੁਣ ਉਹ ਕਰਨ ਦਾ ਕਾਰਨ ਸਾਡੇ ਕੋਲੇ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਤੇ ਕੋਈ ਨਿਊਜ਼ ਨਹੀਂ ਆ ਰਹੀ, ਕਿਉਂਕਿ ਸਾਡੇ ਕੋਲੇ ਨਿਊਜ਼ ਨਹੀਂ ਆ ਰਹੀ ਤਾਂ ਸਾਨੂੰ ਲੱਗਦਾ ਵੀ ਅਸੀਂ ਉੱਥੇ ਕੋਈ ਹੈ ਨਹੀਂਗਾ, ਪਰ ਉੱਥੇ ਕੋਈ ਗਿਣਤੀ ਨਹੀਂ ਘਟੀ। ਸਾਡਾ ਸੰਘਰਸ਼ ਉਸੇ ਤਰ੍ਹਾਂ ਚੱਲ ਰਿਹਾ, ਉਦੋਂ ਮਜ਼ਬੂਤ ਹੋਇਆ ਵਾ। ਸਾਡੀਆਂ ਮਾਵਾਂ ਇੱਕ ਦਿਨ ਵੀ ਤੁਸੀਂ ਦੇਖੋ, ਇਹੋ ਜਿਹੇ ਵੀ ਆ ਸਾਡੇ ਬਜ਼ੁਰਗ ਭੈਣ ਭਰਾ ਜਿਹੜੇ 9-9 ਮਹੀਨਿਆਂ ਤੋਂ ਨਹੀਂ, ਛੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ 9 ਮਹੀਨੇ ਹੋ ਗਏ ਉਹ ਘਰੇ ਨਹੀਂ ਗਏ, ਇੱਕ ਦਿਨ ਵੀ ਨਹੀਂ ਗਏ। ਮੈਨੂੰ ਲੱਗਦਾ ਕਿ ਜੋਸ਼ 9 ਮਹੀਨਿਆਂ ਬਾਅਦ ਉਸੇ ਤਰੀਕੇ ਨਾਲ ਹਜੇ ਬਰਕਰਾਰ ਹੈ। ਜੋਸ਼ ਤਾਂ ਜੀ ਦਿਨੋਂ ਦਿਨ ਵੱਧ ਹੀ ਰਿਹਾ ਵਾ। ਇਹ ਤਾਂ ਅਸੀਂ ਕਿਸਾਨ ਨਹੀਂ ਹੈਗੇ, ਕਿਸਾਨਾਂ ਦੇ ਰੂਪ ਵਿੱਚ ਇੱਕ ਇਹ ਬੀ ਨੇ, ਪਰ ਇੰਨੀ ਛੇਤੀ ਦੱਬ ਨਹੀਂ ਸਕਦੇ, ਕਿਉਂਕਿ ਇਹਦੇ ਵਿੱਚ ਸਾਡੇ ਗੁਰੂਆਂ ਦੀ ਸਾਨੂੰ ਦੇਣ ਆ, ਸਾਨੂੰ ਸਪੋਰਟ ਗੁਰੂ ਸਾਹਿਬ ਤੋਂ ਬਾਅਦ, ਤੇ ਸਾਡੀ ਸਿੱਖ ਧਰਮ ਦੀ ਪੰਥ ਦੀ ਜੋ ਸਪੋਰਟ ਆ। ਤੁਸੀਂ ਦੇਖ ਲਓ ਵੀ ਪੰਜਾਬ ਸਾਰੇ ਇੰਡੀਆ ਦੇ ਵਿੱਚ ਮੂਹਰੇ ਹੋ ਕੇ ਚੱਲਿਆ ਵਾ। ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬੀਤੇ ਦਿਨੀ ਬਿਆਨ ਆਇਆ ਕਿ ਪੰਜਾਬ ਦੇ ਕਿਸਾਨ ਹੀ ਜ਼ਿਆਦਾ ਇਹ ਪ੍ਰੋਟੈਸਟ ਕਰ ਰਹੇ ਨੇ, ਹਰਿਆਣਾ ਦੇ ਕਿਸਾਨ ਜਾਂ ਕੋਈ ਹੋਰ ਦੇਸ਼ ਦੇ ਬਾਕੀ ਕਿਸਾਨ ਇਹਨਾਂ ਨਾਲ ਨਹੀਂ ਹੈਗੇ। ਹਾਂਜੀ, ਇਹ ਦੇਖੋ ਉਹਨਾਂ ਦੀ ਇਹ ਬੀਜੇਪੀ ਦੀ ਪਾਲਿਸੀ ਇਹ ਆ ਵੀ ਹਰ ਦਿਨ ਝੂਠ ਬੋਲਣਾ ਵਾ, ਇੱਕ ਪ੍ਰੋਪੋਗੈਂਡਾ ਬਣਾਉਣਾ ਵਾ। ਇਹ ਜਿਹਨੂੰ 2500 ਦਿਨ ਕਹਿ ਕੇ ਵੀ ਅਸੀਂ ਸੈਲੀਬ੍ਰੇਟ ਕਰ ਰਹੇ ਨੇ, 2500 ਦਿਨਾਂ ਦੇ ਵਿੱਚ ਪਿੱਛੇ ਤੁਸੀਂ ਦੇਖ ਲਓ ਉਹਨਾਂ ਨੇ ਕੀਤਾ ਕੀ ਆ। ਤਾਂ ਜਿਹੜਾ ਹੁਣ ਇਹ ਕਹਿ ਰਹੇ ਨੇ ਕਿਸਾਨ ਨਹੀਂ ਨੇ, ਉਹ ਹਰਿਆਣੇ ਦੇ ਕਿਸਾਨ ਨਹੀਂ ਨੇ, ਪੰਜਾਬ ਦੇ ਹੀ ਨੇ, ਤੇ ਇੱਕ ਕਿਸਮ ਦੇ ਪੰਜਾਬ ਦੇ ਗੁੰਡੇ ਹੀ ਕਹੀ ਜਾਂਦੇ ਆ ਉਹ ਵੀ ਪੰਜਾਬ ਦੇ, ਜੋ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਉੱਥੇ ਖੜੇ ਨੇ। ਇਹ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ। ਜੋ ਅਸੀਂ ਐਵਰੀ ਸੰਡੇ ਗੇਟਵੇ ਦੇ ਉੱਤੇ ਹਾਈਵੇ ਐਂਡ ਸਟੀਲ ਤੇ ਪੱਕਾ ਧਰਨਾ ਸਾਡਾ ਲੱਗਦਾ ਵਾ ਐਵਰੀ ਸੰਡੇ, ਵੀ ਵੱਧ ਚੜ੍ਹ ਕੇ ਇੱਥੇ ਵੀ ਸਾਡਾ ਸਾਥ ਦਿਓ, ਕਿਉਂਕਿ ਅਸੀਂ ਇੱਥੇ ਜਿੰਨੀ ਯੂਥ ਦੇਖੋਗੇ, ਕੋਈ ਬਜ਼ੁਰਗ ਘੱਟ ਹੋ, ਯੂਥ ਨੇ, ਪਰ ਜੋ ਸਾਨੂੰ ਕਮਾਈ ਕਰਨੀ ਪੈਂਦੀ ਆ, ਅਸੀਂ ਪਿੱਛੇ ਘਰਾਂ ਦੇ ਵਿੱਚ ਘਰ ਸਾਂਭਦੇ ਆ, ਬਜ਼ੁਰਗ ਉੱਥੇ ਮੋਰਚਾ ਸਾਂਭਦੇ, ਜਦੋਂ ਲੋੜ ਪੈਂਦੀ ਉੱਥੇ ਪਹੁੰਚ ਜਾਂਦੇ ਆ। ਤੇ ਇਹ ਸਾਡੀ ਟੀਮ ਇਕੱਠੀ ਦੇਖੋ, ਜਦੋਂ ਵੀ ਤੁਸੀਂ ਆਓਗੇ ਸਾਰੇ ਯੰਗ ਹੀ ਮਿਲਣਗੇ। ਤੇ ਇਸ ਨਾਲ ਅਸੀਂ ਬਸ ਇੱਕ ਨਾਅਰੇ ਤੋਂ ਸਮਾਪਤੀ ਕਰਾਂਗੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਨੋ ਫਾਰਮਰਸ ਨੋ ਫੂਡ, ਨੋ ਫਾਰਮਰਸ ਨੋ ਫੂਡ। ਸਤਿ ਸ਼੍ਰੀ ਅਕਾਲ ਜੀ। ਬਹੁਤ ਉਹਨਾਂ ਲੋਕਾਂ ਦਾ ਕੀ ਜੋ ਇੱਕ ਪਾਸੇ ਕਿਸਾਨੀ ਧਰਨੇ ਵਿੱਚ ਜਾ ਰਹੇ ਨੇ ਤੇ ਹੁਣ ਉੱਥੋਂ ਉੱਠ ਕੇ ਰੈਲੀਆਂ ਵਿੱਚ, ਪੋਲੀਟੀਕਲ ਰੈਲੀਆਂ 'ਚ ਵੀ ਸ਼ਿਰਕਤ ਕਰ ਰਹੇ ਨੇ, ਉੱਥੇ ਹੀ ਫਿਰ ਆਗੂਆਂ ਦੇ ਮਗਰ ਲੱਗ ਰਹੇ ਨੇ।
ਉਹਨਾਂ ਲੋਕਾਂ ਦਾ ਇਹ ਹੈ ਜੀ, ਭੋਲੇ ਲੋਕ ਨੇ। ਮੇਰੀ ਕੱਲ੍ਹ ਹੀ ਮਹਾਰਾਜ ਪਿੰਡ ਗੱਲ ਹੋਈ ਤੇ ਮਹਾਰਾਜ ਪਿੰਡ ਦੇ ਜਿਹੜੇ ਲੋਕ ਆ ਉਹ ਰੈਲੀਆਂ 'ਚ ਜਾ ਰਹੇ, ਉਹਨਾਂ ਤੋਂ ਪੁੱਛਿਆ, ਉਹ ਕਹਿੰਦੇ ਵੀ ਜਿਹੜੇ ਇੱਥੋਂ ਦੇ ਚੌਧਰੀ ਬਣੇ ਹੋਏ ਨੇ, ਜਿਹੜੇ ਉਹ ਬਣੇ ਹੋਏ ਨੇ, ਉਹ ਧਮਕਾਉਂਦੇ ਨੇ ਆ ਕੇ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਕੰਮ ਨਹੀਂ ਕਰਨਾ ਅਸੀਂ, ਜੇ ਤੁਸੀਂ ਅੱਜ ਸਾਡੇ ਨਾਲ ਰੈਲੀ 'ਚ ਨਾ ਗਏ ਤਾਂ ਤੁਹਾਡਾ ਅਸੀਂ ਕੰਮ ਨਹੀਂ ਹੋਣ ਦੇਣਾ। ਸੋ ਇਦਾਂ ਦੀਆਂ ਧਮਕੀਆਂ ਮਿਲ ਰਹੀਆਂ ਗਰੀਬ ਲੋਕਾਂ ਨੂੰ। ਸੋ ਜਿਹੜੇ ਉਹ ਜੇ ਆਪਾਂ ਉਹ ਚੀਜ਼ ਨੂੰ ਜੇ ਆਪਾਂ ਨਹੀਂ ਕਰਨਾ ਤਾਂ ਆਪਣੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਜਾਂ ਸੰਸਥਾਵਾਂ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਾ ਕੇ ਉਹ ਗਰੀਬ ਲੋਕਾਂ ਨਾਲ ਕਹਿਣ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਤੁਹਾਨੂੰ ਜੇ ਧਮਕਾਉਂਦਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਜਿਹੜੀ ਵੀ ਗੱਲ ਆ ਉਹ ਓਨੈਸਟਲੀ ਸਾਰੇ ਕੰਮ ਕਰਨ। ਇਹ ਤੋਂ ਬਾਅਦ ਨੌਜਵਾਨਾਂ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਆ ਕਿ ਅਸੀਂ ਸਿਰਫ ਡੰਡੇ ਖਾਣ ਲਈ ਇੱਥੇ ਕਿਉਂ ਹੈਗੇ ਆ, ਆਗੂ ਸਾਨੂੰ ਕਿਉਂ ਨਹੀਂ ਕੋਈ ਆਦੇਸ਼ ਦੇ ਰਹੇ ਕਿ ਅਸੀਂ ਵੀ ਕੋਈ ਅੱਗੇ ਕਦਮ ਚੁੱਕੀਏ? ਉਹਦੀ ਗੱਲ ਇਹ ਹੈ ਕਿ ਜਿਹੜਾ ਜੇ ਆਪਾਂ ਸਾਡਾ ਯੂਥ ਨੂੰ ਪਹਿਲਾਂ ਤਾਂ ਸਾਡੀ ਹਿਸਟਰੀ ਨਾਲ ਅੱਡ ਕਰ ਦਿੱਤਾ ਗਿਆ ਹੈ, ਕਿਉਂਕਿ ਜੇ ਬੰਦਾ ਹਿਸਟਰੀ ਪੜ੍ਹੂਗਾ, ਜਿਹੜਾ ਬੰਦਾ ਹਿਸਟਰੀ ਪੜ੍ਹੂਗਾ, ਸਾਂਝੇ ਨੈਲ ਸਿੰਘ ਖਾਲਸਾ ਪਿੰਡਰਾਣਾ ਦੀ ਵੀ ਹਿਸਟਰੀ ਪੜ੍ਹੂਗਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੀ ਪੜ੍ਹੂਗਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਪੜ੍ਹੂਗਾ। ਉਹਨਾਂ ਨੇ ਸਾਨੂੰ ਕਿਹਾ ਕਿ ਤਿਆਰ ਬਰ ਤਿਆਰ ਰਹਿਣਾ। ਜੇ ਹੁਣ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ, ਜੇ ਆਪਾਂ ਆਪਦੇ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਆ, ਜੇ ਆਪਦੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਦੇ ਆ, ਕਿ ਪ੍ਰਸ਼ਾਸਨ ਦੀ ਹਿੰਮਤ ਹੀ ਨਹੀਂ ਹੋਊਗੀ ਕਿ ਉਹ ਇਹੋ ਜਿਹਾ ਕੁਝ ਕਰ ਦੇਣ। ਕਿਸੇ ਵੀ ਪ੍ਰਸ਼ਾਸਨ ਦੀ ਕੋਈ ਹਿੰਮਤ ਹੀ ਨਹੀਂ ਹੋਊਗੀ, ਉਹ ਕਹਿਣਗੇ ਵੀ ਨਹੀਂ ਵੀ ਤੁਸੀਂ ਵੀ ਸ਼ਸਤਰਧਾਰੀ ਆ, ਅਸੀਂ ਤਾਂ ਹੈਗੇ, ਆਪਾਂ ਬਹਿ ਕੇ ਗੱਲ ਕਰਦੇ ਹਾਂ। ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿੰਨਾ ਵੀ ਕੈਨੇਡਾ ਦਾ ਯੂਥ ਹੈ ਉਹ ਸਾਰਾ ਤੁਹਾਡੇ ਨਾਲ ਹੈ। ਫਾਈਨੈਂਸ਼ੀਅਲ ਤੌਰ ਤੇ ਤਾਂ ਅਸੀਂ ਇੱਥੋਂ ਦਾਨ ਕਰ ਹੀ ਰਹੇ ਹਾਂ, ਮੈਂਟਲੀ ਤੌਰ ਤੇ ਵੀ ਤੁਹਾਨੂੰ ਹੋਰ ਸਟਰੈਂਥ ਦੇਣ ਵਾਸਤੇ ਸਾਰਾ ਯੂਥ, ਜਿੰਨਾ ਵੀ ਯੂਥ ਹੈ ਉਹ ਸਾਰਾ ਤੁਹਾਡੇ ਨਾਲ ਹੈ। ਸੋ ਵਿਦੇਸ਼ 'ਚ ਅੱਜ ਇਸ ਵਕਤ ਰੈਲੀ ਕੀਤੀ ਜਾ ਰਹੀ ਹੈ, ਇਹਨਾਂ ਰੈਲੀਆਂ ਦਾ ਅਸਰ ਪੰਜਾਬ 'ਚ ਜਾਂ ਉੱਥੇ ਭਾਰਤ 'ਚ ਹੋਊਗਾ? ਬਹੁਤ ਜ਼ਿਆਦਾ ਜੀ। ਇਹਦੇ ਨਾਲ ਉਹਨਾਂ ਨੂੰ ਥੋੜਾ ਹੌਸਲਾ ਮਿਲੂਗਾ ਬਈ ਅਸੀਂ ਇਕੱਲੇ ਪੰਜਾਬ 'ਚ ਨਹੀਂ ਕਰ ਰਹੇ ਜਾਂ ਦਿੱਲੀ ਨਹੀਂ ਕਰ ਰਹੇ, ਬਈ ਸਾਡੇ ਜਿਹੜੇ ਭਰਾ ਬਾਹਰ ਬੈਠੇ ਉਹ ਵੀ ਸਪੋਰਟ 'ਚ ਆ। ਉਹਨਾਂ ਨੂੰ ਬਹੁਤ ਜ਼ਿਆਦਾ ਮੋਟਿਵ ਮਿਲਦਾ ਜੀ। ਕੀ ਤੁਹਾਨੂੰ ਲੱਗਦਾ ਕਿ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੀ ਧਰਨਾ ਹੈ? ਕਿਉਂਕਿ ਸੀਐਮ ਖੱਟੜ ਦੀ ਵੀ ਇਹ ਸਟੇਟਮੈਂਟ ਆਈ ਹੈ ਕਿ ਪੰਜਾਬ ਦੇ ਕਿਸਾਨ ਹੀ ਜ਼ਿਆਦਾ ਨੇ ਇਹਦੇ 'ਚ। ਹੁਣ USA ਐਂਡ ਕੈਨੇਡਾ ਇੱਥੇ ਵੀ ਪ੍ਰਾਈਵੇਟ ਹੀ ਆ ਫਾਰਮਿੰਗ ਇੱਕ ਹਿਸਾਬ ਦੀ, ਹੈ ਨਾ। ਤੇ ਇੱਥੇ ਆਪਾਂ ਹਾਲ ਦੇਖ ਸਕਦੇ ਹਾਂ ਜੇ ਸਟੋਰਾਂ 'ਚ ਕਿੰਨਾ ਮਹਿੰਗਾ ਸਮਾਨ ਆ, ਤੇ ਇਹੀ ਚੀਜ਼ ਉੱਥੇ ਹੋ ਜੂਗੀ ਤੇ ਫਿਰ ਬਹੁਤ ਫਰਕ ਪਊਗਾ ਜੀ। ਜੇ ਅਗਰ ਅਡਾਨੀ ਐਂਡ ਅੰਬਾਨੀ ਦੇ ਹੱਥ 'ਚ ਚੱਲ ਜਾਂਦੀਆਂ ਇਹ ਚੀਜ਼ਾਂ ਸਾਰੀਆਂ। ਇੱਕ ਪਾਸੇ ਸਾਡੇ ਬਜ਼ੁਰਗ, ਸਾਡੇ ਨੌਜਵਾਨ ਡਾਂਗਾ ਖਾ ਰਹੇ ਨੇ ਉੱਥੇ ਪੁਲਿਸ ਦੀਆਂ, ਤੇ ਦੂਜੇ ਪਾਸੇ ਉਹ ਲੋਕ ਵੀ ਨੇ ਉਹਨਾਂ ਘਰਾਂ ਵਿੱਚੋਂ ਹੀ ਜਿਹੜੇ ਕਿ ਪੋਲੀਟੀਕਲ ਰੈਲੀਆਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰ ਰਹੇ ਨੇ। ਸੋ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਦੇਖੋ ਜੀ, ਉਹਨਾਂ ਨੂੰ ਆਪਣੀ ਟਿਕਟਾਂ ਦੇ ਨਾਲ, ਅਹੁਦੇਦਾਰੀਆਂ ਦੇ ਨਾਲ ਆ, ਪਰ ਹੈਗੇ ਉਹ ਵੀ ਜ਼ਮੀਨੀ ਪੱਧਰ ਤੇ ਕਿਸਾਨ ਹੀ ਆ, ਬਟ ਉਹਨਾਂ ਦਾ ਜ਼ਮੀਰ ਹਜੇ ਤੱਕ ਨਹੀਂ ਜਾਗ ਰਿਹਾ, ਪਤਾ ਨਹੀਂ ਕਿਉਂ। ਹੈਗੇ ਸਾਰੇ ਕਿਸਾਨ ਨੇ, ਉਹਨਾਂ ਨੂੰ ਸਮਝਣ ਦੀ ਲੋੜ ਆ ਬਈ ਅਸੀਂ ਰੈਲੀਆਂ ਤੋਂ ਉੱਠ ਕੇ, ਪਾਰਟੀਬਾਜ਼ੀ ਤੋਂ ਉੱਠ ਕੇ ਇੱਕ ਹੋਈਏ। ਪਹਿਲਾਂ ਜਿੰਨਾ ਤੱਕ ਲਾਈਕ ਨੋ ਫਾਰਮਰ ਨੋ ਫੂਡ, ਜਿੰਨਾ ਤੱਕ ਅਸੀਂ ਇੱਕ ਨਹੀਂ ਹੋਵਾਂਗੇ ਤੇ ਸਾਡਾ ਹੱਲ ਹਜੇ ਨਹੀਂ ਨਿਕਲੂਗਾ। ਧਰਨੇ ਤੇ ਬੈਠੇ ਕਿਸਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਬ੍ਰੈਂਪਟਨ ਦੀ ਧਰਤੀ ਤੇ? ਤੁਸੀਂ ਡਟੇ ਰਹੋ, ਬਰੈਂਪਟਨ ਤੁਹਾਡੇ ਨਾਲ ਆ। ਜਿੰਨੇ ਪੰਜਾਬੀ ਪੁੱਤ ਲਾਈਕ ਪੰਜਾਬੀ ਨਹੀਂ ਮਤਲਬ ਇੰਡੀਅਨ ਆ ਜਿੰਨੇ, ਉਹ ਤੁਹਾਡੇ ਨਾਲ ਆ। ਕਿਸੇ ਚੀਜ਼ ਦੀ ਵੀ ਲੋੜ ਆ, ਲਾਈਕ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਾਂਗੇ। ਬੇਸਿਕਲੀ ਬੈਕ ਤੋਂ ਕਿੱਥੋਂ ਬਿਲੋਂਗ ਕਰਦੇ? ਬੈਕ ਮੈਂ ਹੁਣ ਤਾਂ 37 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਤਾਂ ਇਹੀ ਪਿੰਡ ਬਣ ਗਿਆ, ਲੇਕਿਨ ਮੈਂ ਆਦਮਪੁਰ ਜਲੰਧਰ ਨੂੰ ਬਿਲੋਂਗ ਕਰਦਾ। ਖੇਤੀ ਨਾਲ ਸੰਬੰਧ ਰਿਹਾ ਕਿ ਤੁਹਾਡਾ? ਬਿਲਕੁਲ ਜੀ, ਮੇਰਾ ਬਾਪ 에ਅਰ ਫੋਰਸ ਵਿੱਚ ਸੀਗਾ, ਲੇਕਿਨ ਮੂਲ ਜਿਹੜਾ ਸਾਡਾ ਉਹ ਖੇਤੀ ਨਾਲ ਹੀ ਰਿਹਾ। ਕਿਸਾਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? 9 ਮਹੀਨੇ ਤੋਂ ਸਬਰ ਕਰਦੇ ਆ ਰਹੇ। ਕਿਸਾਨਾਂ ਨੂੰ ਲੈ ਕੇ ਇਹ ਬੜੀ ਦੁਖਦਾਈ ਇੱਕ ਸਾਰੀ ਦੁਨੀਆ ਵਾਚ ਕਰ ਰਹੀ ਆ। ਜੋ ਕੁਝ ਪਹਿਲਾਂ ਗੁਜਰਾਤ ਵਿੱਚ ਹੋਇਆ, ਕਤਲੇਆਮ, ਤੇ ਇਹਨਾਂ ਮੁਲਕਾਂ ਦੇ ਵਿੱਚ 20-20 ਸਾਲ ਦੇ ਪੁਰਾਣੇ ਜਿਹੜੇ ਕੇਸ ਕੱਢ ਕੇ ਉਹਨਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਰੱਦ ਹੋ ਜਾਂਦੀਆਂ, ਲੇਕਿਨ ਉਸ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਤੇ ਉਹ ਸਿਰਫ ਕੁਝ ਹੱਕਾਂ ਦੇ ਲਈ ਕੰਮ ਕਰ ਰਿਹਾ। ਜਿਸ ਤਰ੍ਹਾਂ ਕਿ ਅਡਾਨੀ, ਅੰਬਾਨੀ, ਜਿੰਨੇ ਵੀ ਗੁਜਰਾਤ ਦੇ ਮੈਜੋਰਟੀ ਨੇ ਕਾਰਪੋਰੇਟ ਕਲਚਰ, ਅੱਜ ਬਾਲੀਵੁੱਡ ਵੀ ਉਹ ਲੈ ਗਏ ਨੇ। ਲੇਕਿਨ ਜੋ ਹਿਮਾਚਲ ਦੇ ਵਿੱਚ ਹੋਇਆ ਫਾਰਮਰਸ ਦੇ ਨਾਲ, ਜਿਹੜਾ ਕਿ ਐਪਲ ਫਾਰਮ ਇਹਨਾਂ ਨੇ ਟੇਕ ਓਵਰ ਕੀਤੇ ਨੇ, ਤੇ ਉਹ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਅੱਜ ਦੀਵੇ ਵੀ ਨਹੀਂ ਬਲ ਰਹੇ, ਕਿਉਂਕਿ ਇਹ ਉਹਨਾਂ ਲੋਕਾਂ ਨੇ ਫਰੂਟ ਤਾਂ ਕੀ ਖਾਣਾ ਸੀ, ਲੇਕਿਨ ਉਹਨਾਂ ਨੂੰ ਜਿਹੜੇ ਟਾਈਮਸ ਦੇ ਉੱਤੇ ਪੇ ਵੀ ਨਹੀਂ ਹੋ ਰਹੀ। ਸੋ ਇਹ ਬਹੁਤ ਦੁਖਾਂਤ ਆ ਇਹਨਾਂ ਦਾ ਪੰਜਾਬ ਨੂੰ ਫਿਨਿਸ਼ ਕਰਨ ਦੇ ਲਈ। ਇਕੱਲੇ ਪੰਜਾਬ ਨੂੰ ਨਹੀਂ, ਕਿਸਾਨੀ ਨੂੰ, ਸਾਰੇ ਹਿੰਦੁਸਤਾਨ ਦੀ ਨੂੰ। ਤੁਸੀਂ ਕਿਸਾਨੀ ਦੀ ਗੱਲ ਕੀਤੀ ਹੈ, ਇਸ ਵਕਤ ਤੁਹਾਨੂੰ ਲੱਗਦਾ ਜਿਹੜੇ ਵਿਦੇਸ਼ਾਂ ਵਿੱਚ ਕਿਸਾਨਾਂ ਦੀ ਸਪੋਰਟ ਵਿੱਚ ਕੋਈ ਪ੍ਰੋਟੈਸਟ ਹੋ ਰਿਹਾ, ਇਹਨਾਂ ਦਾ ਉੱਥੇ ਦੇ ਕਿਸਾਨੀ ਧਰਨੇ ਤੇ ਕੋਈ ਅਸਰ ਪਊਗਾ? ਮੈਨੂੰ ਬਹੁਤ ਚਿਰ ਹੋ ਗਿਆ, ਮੈਂ ਗਿਆ ਨਹੀਂ, ਲੇਕਿਨ ਆਹ ਜਿਹੜੇ ਨੌਜਵਾਨ, ਇਹਨਾਂ ਨੂੰ ਦੇਖ ਕੇ ਇੱਕ ਆਸ ਬੱਝੀ ਹੈ। ਜਿਹੜਾ ਇਹ ਪੰਜਾਬ ਦਾ ਦਰਦ ਸ਼ੋਅ ਕਰ ਰਹੇ ਆ, ਸ਼ੋਰ ਇਹ ਜਿਹੜਾ ਇਕੱਲੀ ਪੰਜਾਬ ਦੀ ਤਰੱਕੀ ਹੀ ਨਹੀਂ, ਬਲਕਿ ਕਿਸਾਨੀ ਨੂੰ ਵੀ, ਇਹ ਕਿਸਾਨੀ ਦਾ ਦਰਦ ਲੈ ਕੇ
ਇਹ ਜੋ ਕੰਮ ਕਰ ਰਹੇ ਨੇ ਇਹ ਕੁਛ ਨਾ ਕੁਛ ਫਰੂਟ ਲਿਆਵੇਗਾ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਸ਼ਾਂਤਮਈ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਇਹਦਾ ਹੱਲ ਨਿਕਲ ਜਾਊਗਾ? ਕਿਉਂਕਿ ਸ਼ਾਂਤਮਈ ਤਰੀਕੇ ਨਾਲ ਨਿਕਲਣਾ ਹੁੰਦਾ ਤਾਂ 9 ਮਹੀਨੇ ਤੋਂ ਹੁਣ ਨਿਕਲ ਜਾਂਦਾ। ਦੇਖੋ ਇਹ ਨਿਕਲਣਾ ਚਾਹੀਦਾ। 29 ਸਾਲ ਲੱਗੇ ਸੀ ਆ ਜਿਹੜਾ ਸਾਊਥ ਅਫਰੀਕਾ ਨੂੰ ਨੈਲਸਨ ਮੰਡੇਲਾ ਦੀ ਅੱਧੀ ਨਾਲੋਂ ਜ਼ਿਆਦਾ ਜ਼ਿੰਦਗੀ ਜੇਲ੍ਹ ਵਿੱਚ ਨਿਕਲ ਗਈ ਸੀ। ਲੇਕਿਨ ਅੱਜ ਜਿਹੜਾ ਮੀਂਹ ਦੇ ਵਿੱਚ, ਹਨੇਰੀ ਦੇ ਵਿੱਚ, ਬੈਡ ਵੈਦਰ ਦੇ ਵਿੱਚ ਜੋ ਕਿਸਾਨ ਉੱਥੇ ਬੈਠੇ ਨੇ, ਜੋ ਵੀ ਕੁਛ ਉਹਨਾਂ ਦੇ ਨਾਲ ਹੋ ਰਿਹਾ ਧਰਮ ਦੇ ਨਾਂ ਤੇ, ਚਾਹੇ ਜਾਤ ਦੇ ਨਾਂ ਤੇ ਤੇ ਚਾਹੇ ਨਸਲ ਦੇ ਨਾਂ ਤੇ, ਇਹ ਇੱਕ ਦੁਖਾਂਤ ਆ। ਲੇਕਿਨ ਮੈਨੂੰ ਇੱਕ ਯਕੀਨ ਆ, ਮੈਂ ਪੰਜਾਬ ਦੇ ਨਾਲ ਸੰਬੰਧਿਤ ਆ, ਲੇਕਿਨ ਮੈਂ ਤਾਂ ਗੁਰੂ ਕੋ ਅਰਦਾਸ ਹੀ ਕਰ ਸਕਦਾ ਕਿ ਗੁਰੂ ਪਾਤਸ਼ਾਹ ਇਹਨੂੰ ਤੇ ਕਰੇਗਾ ਜ਼ਰੂਰ। ਇਹ ਜਿਹੜੇ ਪਿੰਡ ਨੇ ਸਾਡੇ, ਇਹ ਸਿਰਫ ਇੱਕ ਸ਼ੋਅ ਪੀਸ ਨਹੀਂ ਰਹਿ ਜਾਣਗੇ, ਲੇਕਿਨ ਸਾਡੀ ਜਿਹੜੀ ਕਿਸਾਨੀ ਆ ਉਹ ਚੱਲਦੀ ਰਹੇਗੀ। ਸੋ ਤੁਸੀਂ ਦੇਖਿਆ ਕਿ ਪੰਜਾਬ ਤੋਂ, ਭਾਰਤ ਤੋਂ ਸਭ ਜਿਹੜੇ ਵੀ ਇਸ ਵਕਤ ਇੱਥੇ ਵਿਦੇਸ਼ਾਂ ਦੀ ਧਰਤੀ ਵਿੱਚ ਆਏ ਨੇ, ਸਭ ਨੇ ਕੋਸ਼ਿਸ਼ ਇਹੀ ਕੀਤੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾਵੇ। ਸੋ ਪ੍ਰੋਟੈਸਟ ਕਰਨ ਦਾ ਸਭ ਦਾ ਅਧਿਕਾਰ ਹੈ। ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਭਾਰਤ ਵਿੱਚ ਜਿਹੜੇ ਸਾਡੇ ਕਿਸਾਨ ਵੀਰ, ਭੈਣ, ਮਾਤਾਵਾਂ ਇੰਨੇ ਲੰਬੇ ਸਮੇਂ ਤੋਂ, ਪਿਛਲੇ ਲਗਭਗ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਸਰਦੀ, ਗਰਮੀ, ਹਨੇਰੀ, ਝੱਖੜ ਸਭ ਕੁਝ ਉਹਨਾਂ ਨੇ ਬਰਦਾਸ਼ਤ ਕੀਤਾ ਹੈ। ਉੱਤੋਂ ਦੀ ਹੁਣ ਜੋ ਕਾਨੂੰਨ ਵਿਵਸਥਾ ਦੇ ਨਾਮ ਦੇ ਉੱਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ, ਉਹ ਵੀ ਉਹਨਾਂ ਨੇ ਬਰਦਾਸ਼ਤ ਕੀਤਾ। ਸੋ ਸ਼ਾਂਤਮਈ ਤਰੀਕੇ ਨਾਲ ਇਸ ਪੂਰੇ ਮਾਮਲੇ ਦਾ ਹੱਲ ਨਿਕਲੇ, ਵਿਦੇਸ਼ਾਂ ਤੋਂ ਅਸੀਂ ਇਹੀ ਕਾਮਨਾ ਕਰਦੇ ਹਾਂ। ਇਸ ਦੇ ਨਾਲ ਹੀ ਤੁਹਾਨੂੰ ਸਾਡਾ ਅੱਜ ਦੀ ਇਹ ਪੇਸ਼ਕਸ਼ ਕਿਸ ਤਰੀਕੇ ਦੀ ਲੱਗੀ ਸਾਨੂੰ ਦੱਸਿਓ ਜ਼ਰੂਰ। ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ। ਇਸ ਦੇ ਨਾਲ ਹੀ ਕੈਮਰਾਮੈਨ ਰੀਤ ਇੰਦਰ ਤੇ ਮਨਦੀਪ ਪੁਨੀਆ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।